संगत जी, आप सब ਨੂੰ ਪਤਾ ਹੀ ਹੈ ਕਿ ਜੂਨ ਦੇ ਮਹੀਨੇ ਵਿੱਚ 11 ਜੂਨ ਨੂੰ 108 ਸੰਤ ਸਰਵਨਦਾਸ ਮਹਾਰਾਜ ਜੀ ਦੀ ਬਰਸੀ ਬੜੀ ਹੀ ਸ਼ਰਧਾ ਦੇ ਨਾਲ ਡੇਰਾ ਸੱਚਖੰਡ ਬੱਲਾ ਦੇ ਵਿੱਚ ਮਨਾਈ ਜਾਂਦੀ ਹੈ। ਔਰ ਏਕਤਾ ਟੀਵੀ ਨੇ ਵੀ ਆਪਣੀ ਵੱਲੋਂ ਔਰ ਸਾਰੇ ਹੀ ਜਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ। ਆਪ ਸਭ ਨੂੰ ਪਤਾ ਹੈ ਕਿ ਏਕਤਾ ਟੀਵੀ ਜਦੋਂ ਦਾ ਵੀ ਹੋਂਦ ਵਿੱਚ ਆਇਆ ਹੈ, ਜਿੱਦਾਂ ਵੀ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਉਸ ਨੂੰ ਤੁਹਾਡੇ ਸਾਹਮਣੇ ਲਿਆਉਣਾ ਸਾਡਾ ਫਰਜ਼ ਬਣਦਾ ਹੈ। 108 ਸੰਤ ਸਰਵਨਦਾਸ ਮਹਾਰਾਜ ਜੀ ਨੂੰ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਨਹੀਂ ਜਾਣਦਾ ਹੋਵੇਗਾ। ਉਹਨਾਂ ਦੀ ਛਤਰਛਾਇਆ ਥੱਲੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਬਹੁਤ ਕੁਛ ਸਾਡੀ ਕੌਮ ਨੇ ਪ੍ਰਾਪਤ ਕੀਤਾ ਹੈ। ਅਸੀਂ ਵਿਸਥਾਰ ਦੇ ਨਾਲ ਸਾਰਾ ਕੁਛ ਹੀ ਅੱਜ ਉਹਨਾਂ ਦੀ ਜੀਵਨੀ ਬਾਰੇ ਜੋ ਵੀ ਮਾਲਕ ਨੇ ਬੁੱਧੀ ਬਖਸ਼ੀ ਹੈ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਵਡਿਆਈ ਕਰ ਸਕੀਏ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੱਜ ਮੇਰਾ ਸਾਥ ਦੇਣ ਲਈ ਸਰਵਣ ਰਾਮ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਨੂੰ, ਕਿਉਂਕਿ ਸੰਤ ਸਰਵਨਦਾਸ ਮਹਾਰਾਜ ਜੀ ਨੇ ਦਾ ਜਨਮ 15 ਫਰਵਰੀ 1895 ਗਿਲਪੱਤੀ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ ਸੀ। ਔਰ ਜਦੋਂ ਬਚਪਨ ਤੋਂ ਹੀ ਲੈ ਕੇ ਉਹਨਾਂ ਨੇ ਬਹੁਤ ਸਾਰੇ ਉਪਰਾਲੇ ਕੀਤੇ ਕਿ ਮੇਰੀ ਕੌਮ ਦੇ ਵਿੱਚ ਕਿਸੇ ਤਰ੍ਹਾਂ ਜਾਗਰਤੀ ਆਵੇ, ਕਿਉਂਕਿ ਸਾਡੀ ਕੌਮ ਇੱਕ ਲਤਾੜੀ ਕੌਮ ਗਿਣੀ ਜਾਂਦੀ ਸੀ। ਉਹਨਾਂ ਨੇ ਵਿੱਦਿਆ ਪੜ੍ਹਾਈ ਦੇ ਕਰਕੇ ਗੁਰੂ ਦੀ ਬਾਣੀ ਦੇ ਨਾਲ ਜੋੜਨ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ। ਇੱਥੇ ਹੀ ਬਸ ਨਹੀਂ, ਔਰ ਉਹਨਾਂ ਨੇ ਜਦੋਂ ਡੇਰਾ ਸੱਚਖੰਡ ਬੱਲਾ ਦੇ ਵਿੱਚ ਇੱਕ ਛੋਟੀ ਜਿਹੀ ਕੁਟੀਆ ਬਣਾਈ ਸੀ। ਔਰ ਤੁਸੀਂ ਅੱਜ ਦੇਖ ਰਹੇ ਹੋ ਕਿ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ ਕਿ ਕੁਟੀਆ ਤੋਂ ਉੱਥੇ ਬਹੁਤ ਸਾਰੇ ਵਧੀਆ ਬਿਲਡਿੰਗਾਂ ਉਸਾਰੀਆਂ ਗਈਆਂ ਹਨ। ਔਰ ਇਹ ਜੋ ਵੀ ਉਹ ਕਹਿ ਦਿੰਦੇ ਸਨ, ਕਿਉਂਕਿ ਸਾਧੂ ਬੋਲੇ ਸਹਿ ਸੁਭਾ, ਸਾਧੂ ਦਾ ਬੋਲਿਆ ਬਿਰਥਾ ਨਾ ਜਾ, ਕਿਉਂਕਿ ਜਿਹੜੀ ਵੀ ਗੱਲ ਉਹ ਕਹਿ ਦਿੰਦੇ ਸਨ ਕਿ ਇੱਕ ਇਸ ਤਰ੍ਹਾਂ ਸੀ ਕਿ ਪੱਥਰ 'ਤੇ ਲਕੀਰ ਵਾਲੀ ਗੱਲ ਹੋ ਜਾਂਦੀ ਸੀ। ਔਰ ਜਦੋਂ ਲਾਗੇ ਛਾਗੇ ਪਿੰਡਾਂ ਦੇ ਵਿੱਚ, ਕਿਉਂਕਿ ਪਹਿਲਾਂ ਹਰੇਕ ਕੰਮ ਦੇ ਵਿੱਚ ਹੀ ਔਕੜਾਂ ਆਉਂਦੀਆਂ ਹਨ, ਪਰ ਜਦੋਂ ਜਿਵੇਂ ਜਿਵੇਂ ਡੇਰਾ ਵੱਧਦਾ ਗਿਆ ਸੰਗਤ ਦਾ ਰੁਝਾਨ ਵੀ ਇਸੇ ਤਰ੍ਹਾਂ ਹੀ ਵੱਧਦਾ ਗਿਆ। ਔਰ ਅੱਜ ਜੇ ਸੰਗਤ ਨੇ ਸਰਦਾ ਦੇ ਫੁੱਲ ਭੇਟ ਕਰਨ ਲਈ ਆਪਣਾ ਯੋਗਦਾਨ ਪਾਇਆ ਹੈ, ਸਾਡੇ ਜੋਗਿੰਦਰ ਕਲੇਰ ਪਰਿਵਾਰ ਜੀ ਵੱਲੋਂ 51 ਪੌਂਡ, ਕਸ਼ਮੀਰੀ ਲਾਲ ਮੇਹੇ ਜੀ ਪਰਿਵਾਰ ਵੱਲੋਂ 51 ਪੌਂਡ, ਰਘਵੀਰ ਸਿੰਘ ਬੱਦਣ ਜੀ ਪਰਿਵਾਰ ਵੱਲੋਂ 21 ਪੌਂਡ, ਦਾਸ ਵੱਲੋਂ ਬਲਦੇਵ ਰਾਣਾ ਸੁਰੇ ਪਰਿਵਾਰ ਵੱਲੋਂ 100 ਪੌਂਡ, ਸਤਪਾਲ ਸੁਰੇ ਜੀ ਪਰਿਵਾਰ ਵੱਲੋਂ ਵੀ 100 ਪੌਂਡ ਦਿੱਤਾ ਗਿਆ ਹੈ। ਦਾਸ ਇਹਨਾਂ ਪਰਿਵਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ। ਔਰ ਏਕਤਾ ਟੀਵੀ ਦੀ ਸਾਰੀ ਟੀਮ 108 ਸੰਤ ਸਰਵਨਦਾਸ ਮਹਾਰਾਜ ਜੀ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ। ਤੁਸੀਂ ਵੀ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹੋ ਟੈਲੀਫੋਨ ਕਰਕੇ, ਕਿਉਂਕਿ ਟੈਲੀਫੋਨ ਲਾਈਨ ਖੋਲ੍ਹ ਦਿੱਤੀ ਗਈ ਹੈ ਅਤੇ ਤੁਸੀਂ ਵੀ ਆਪਣੀ ਹਾਜ਼ਰੀ ਲਵਾ ਸਕਦੇ ਹੋ। ਹਾਂਜੀ ਸਰਵਣ ਰਾਮ ਜੀ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਏਕਤਾ ਟੀਵੀ ਦੀ ਸਾਰੀ ਟੀਮ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਸਵਾਮੀ ਸਰਵਨਦਾਸ ਮਹਾਰਾਜ ਦੇ ਚਰਨਾਂ ਵਿੱਚ ਨਮਨ ਕਰਦਾ ਅਤੇ ਉਹਨਾਂ ਦੀ ਸ਼ਰਧਾ ਦੇ ਫੁੱਲ ਭੇਟ ਕਰਦੇ ਉਹਨਾਂ ਦੀ ਬਾਸੀ 'ਤੇ ਜੀ। ਕਿਉਂਕਿ ਜਿਹੜੇ ਸੰਤ ਸਰਵਨਦਾਸ ਸੀ ਕੋਈ ਆਮ ਭੇਸ ਬਦਲਣ ਵਾਲੇ ਸੰਤ ਨਾ ਸੀ ਜੀ। ਸੰਤ ਬਹੁਤ ਆ ਦੁਨੀਆ ਦੇ ਵਿੱਚ, ਮੈਂ ਮਾੜਾ ਨਹੀਂ ਕਿਸੇ ਨੂੰ ਕਹਿਣਾ ਚਾਹੁੰਦਾ, ਪਰ ਜਿਹੜੀ ਉਹਨਾਂ ਸੰਤਾਂ ਦੀ ਲੀਲਾ ਹੀ ਕੋਈ ਨਿਆਰੀ ਸੀ। ਕਿਉਂਕਿ ਜਦੋਂ ਆਪਣੀ ਕੁਟੀਆ ਦੇ ਵਿੱਚ ਉਹ ਭਗਤੀ 'ਤੇ ਬਹਿੰਦੇ ਸੀ ਤਾਂ ਉਹਨਾਂ ਦੇ, ਮਾਫ਼ ਕਰਨਾ ਇਹ ਗੱਲ ਸੱਚੀ ਆ, ਇਹ 3-4 ਪਿੰਡਾਂ ਦੇ ਬੰਦੇ ਜਿਹੜੇ ਸਵੇਰੇ ਹਲ ਜੋੜ ਕੇ ਲੈ ਕੇ ਜਾਂਦੇ ਸੀ ਬਾਹਰ ਖੇਤਾਂ ਨੂੰ, ਵੀ 4 ਵਜੇ ਚੱਲ ਜਾਓ ਜੀ ਅਤੇ 12-1 ਵਜੇ ਆ ਜਾਵਾਂਗੇ ਧੁੱਪ ਤੋਂ ਪਹਿਲਾਂ। ਜੀ। ਉਹਨਾਂ ਲੋਕਾਂ ਨੇ ਸੰਤਾਂ ਦੇ ਅੰਗ ਕਿਤੇ ਬਾਂਹ ਪਈ ਹੁੰਦੀ, ਕਈ 3-4 ਵਾਰਾਂ 5 ਵਾਰਾਂ ਦੇਖੀ, ਕਿਤੇ ਸਿਰ ਪਿਆ ਕੇ ਲੋਕਾਂ ਨੂੰ ਫਿਰ ਰੌਲਾ ਪਾਉਂਦੇ ਮੁੜ ਜਾਣਾ ਬਈ ਸੰਤਾਂ ਦਾ ਕਿਸੇ ਨੇ ਕਤਲ ਕਰ ਦਿੱਤਾ। ਫਿਰ ਜਦੋਂ ਪਿੰਡ ਇਕੱਠੇ ਹੋ ਕੇ ਜਾਣਾ 10-20-50 ਜਣੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਪਣੀ ਕੁਟੀਆ ਦੇ ਵਿੱਚ ਬੈਠੇ ਭਗਤੀ ਕਰਦੇ ਹੁੰਦੇ ਸੀ। ਕਿਉਂਕਿ ਇਹ ਜਿੱਦਾਂ ਇਹੋ ਜਿਹਾ ਜਿਹੜੇ ਕੰਮ ਆ, ਹੋਰ ਬਹੁਤ ਜਿੱਦਾਂ ਜ਼ਿਆਦੀਆਂ ਚੀਜ਼ਾਂ ਸੰਤਾਂ ਦੀਆਂ, ਜਿੰਨਾ ਇਹਨਾਂ ਦਾ ਗੁਣ ਕਰ ਲਈਏ ਉਹਨੇ ਬਹੁਤ ਥੋੜ੍ਹੇ। ਵੀ ਦੇਖੋ ਸਾਡੇ ਬਾਬੇ ਪੜਦਾਦੇ ਕੀ ਜਦੋਂ ਦੀ ਸਾਡੀ ਕੌਮ ਉਸ ਤੋਂ ਪਤੀ ਹੋਈ ਆ ਦੁਨੀਆ ਵਿੱਚ, ਅਸੀਂ ਆਏ ਹਾਂ,
ਅਸੀਂ ਮਰੀ ਜਾਂਦੇ, ਜਾਈ ਜਾਂਦੇ, ਆਈ ਜਾਂਦੇ, ਜਾਈ ਜਾਂਦੇ। ਅੱਜ ਤੱਕ ਕਿਸੇ ਸੰਤ ਸਾਧੂ ਨੇ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਿੱਥੇ ਮੰਦਿਰ ਬਣਿਆ ਹੁਣ ਵਾਰਾਣਸੀ ਵਿਖੇ, ਜੀ ਜੀ ਉਹ ਜਗ੍ਹਾ ਦਾ ਸਾਨੂੰ ਪਤਾ ਹੀ ਨਹੀਂ ਸੀ ਵੀ ਕਿੱਥੇ ਜਗ੍ਹਾ, ਤੇ ਨਾ ਸਾਨੂੰ ਨਾਂ ਹੀ ਲੈਣਾ ਆਉਂਦਾ ਸੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੀ ਕਿੱਦਾਂ ਕਦਰ ਕਰਨੀ ਹੈ ਤੇ ਕਿੱਦਾਂ ਨਾਂ ਲੈਣਾ ਤੇ ਕਿੱਦਾਂ ਉੱਥੇ ਨਮਸਕਾਰਾਂ ਕਰਨੀਆਂ। ਕਿਉਂਕਿ ਉਹ ਬਾਬੇ ਪੜਦਾਦੇ ਸਾਡੇ ਦੇਖੋ ਤਰਸਦੇ ਚੱਲ ਗਿਆ ਸੀ। ਕੋਈ ਤਾਂ ਜਿੱਦਾਂ ਕਰਮ ਚੰਗੇ ਕੀਤੇ ਕਰਕੇ ਉਹ ਸੱਚੇ ਪਾਤਸ਼ਾਹ ਦੇ ਆਖਰੇ ਇਹ ਸੰਤਾਂ ਦੀ ਮੌਜ ਆ, ਇਹਨੇ ਉੱਥੇ ਮੰਦਿਰ ਬਣਾਇਆ ਤੇ ਸਾਨੂੰ ਉਹ ਦਰਸ਼ਨ ਕਰਨ ਦੀ ਜਗ੍ਹਾ ਦੇ ਸਮਾਂ ਪ੍ਰਾਪਤ ਹੋਇਆ। ਕਿਉਂਕਿ ਇਹ ਜਿਹੜੇ ਸੰਤ ਹੁੰਦੇ ਇਹਨੇ ਦੇਖੋ ਕਿੱਥੇ ਖੋਜ ਕੀਤੀ। ਮਹਾਰਾਜ ਜੀ ਘਰ ਤੇ ਆਪਣਾ ਤੁਸੀਂ ਆਪਣੇ ਪਿੰਡ ਵਿੱਚ ਵੀ ਬਣਾਉਣਾ ਹੋਵੇ ਤਾਂ ਬੜਾ ਮੁਸ਼ਕਿਲ ਆ, ਕਿਉਂਕਿ ਦੂਜੀ ਸਟੇਟ ਵਿੱਚ ਜਾ ਕੇ ਐਡਾ ਵੱਡਾ ਮੰਦਿਰ ਸਾਰਨਾ ਇਹ ਕੋਈ ਆਮ ਖਾਸ ਗੱਲ ਨਹੀਂ। ਕਿਉਂਕਿ ਸੰਤਾਂ ਦੀਆਂ ਕੁਰਬਾਨੀਆਂ ਫਿਰ ਦੇਖਣਾ ਉੱਥੇ ਬੱਚਿਆਂ ਨੂੰ ਪੜ੍ਹਾਈ ਵੀ ਨਹੀਂ ਕਰਾਈ, ਕਿਉਂਕਿ ਬੱਚਿਆਂ ਨੂੰ ਪੜ੍ਹਾਈ ਕਰਾਈ ਫਿਰ ਕਈ ਬੱਚੇ ਜਿਹੜੇ ਜ਼ਿਆਦਾ ਗਰੀਬ ਘਰਾਂ ਦੇ ਹੁੰਦੇ ਸੀ ਵਿਚਾਰਿਆਂ ਦੇ ਕੱਪੜੇ ਪਾਟੇ ਹੋਣੇ, ਕਹਿੰਦੇ ਕਮੀਜ਼ ਪਾਟੀ ਹੋਣੀ, ਕਿਸੇ ਦਾ ਪਜਾਮਾ ਪਾਟਾ ਹੋਣਾ, ਤੇ ਸੰਤਾਂ ਨੂੰ ਦੇਖਣਾ ਤੇ ਮਗਰ ਸੰਤਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਸੀ। ਉਹਨੇ ਅੱਖਾਂ 'ਚ ਪਾਣੀ ਆਉਣਾ, ਕਹਿਣਾ ਸਾਡੀ ਵੀ ਕੌਮ ਕੋਈ ਲੀੜਾ ਕੱਪੜਾ ਚੰਗਾ ਪਾ ਕੇ ਫਿਰੂਗੀ। ਇਹੋ ਜਿਹੇ ਨਿਵਰਤਾਲਾਂ ਦੇ ਮਨ ਸੀ। ਫਿਰ ਇਹ ਲਾਲਚ ਦੇਣਾ ਬੱਚਿਆਂ ਨੂੰ, ਕਹਿਣਾ ਅੱਜ ਪੜ੍ਹ ਕੇ ਚੱਲਿਓ ਇਹ ਬੁੱਧਵਾਰ ਨੂੰ ਵੀ ਜ਼ਰੂਰ ਆਉਣਾ। ਉਹਦਾ ਮਤਲਬ ਕੀ, ਫਿਰ ਇਹਨਾਂ ਨੂੰ ਲਾਲਚ ਬੱਚਿਆਂ ਨੂੰ ਬਹੁਤ ਖਾਣ ਪੀਣ ਦਾ, ਖਾਣ ਪੀਣ ਨੂੰ ਵੀ ਨਹੀਂ ਮਿਲਦਾ ਸੀ। ਬੁੱਧਵਾਰ ਨੂੰ ਕਹਿਣਾ ਬੱਚਿਓ ਪੁੱਤਰੋ ਆਪਾਂ ਮਾਲ ਪੂੜੇ ਬਣਾਉਣੇ ਆ ਜੀ। ਮਾਲ ਪੂੜੇ ਨਾਲ ਸਾਡੇ ਵਰਗੇ ਜਿਹੜੇ ਸੀਗੇ ਨਹੀਂ ਵੀ ਪੜ੍ਹਨ ਵਾਲੇ ਨਹੀਂ ਚਾੜੇ ਨਾਲੇ 2 ਅੱਖਰ ਪੜ੍ਹੇ ਹੋਣੇ ਤੇ ਨਾਲੇ ਮਾਲ ਪੂੜੇ ਖਾਣੇ। ਕਿਉਂਕਿ ਉਹਨਾਂ ਸੰਤਾਂ ਦੀ ਸਾਡੀ ਕੌਮ ਦੇ ਉੱਤੇ ਕੁਰਬਾਨੀ ਬਹੁਤ ਜ਼ਿਆਦਾ ਸੀ, ਔਰ ਉਹਨਾਂ ਦਾ ਹਾਲੇ ਤੱਕ ਵੀ ਰਹਿੰਦੀ ਦੁਨੀਆ ਤੱਕ ਸਾਡੇ ਸਿਰ 'ਤੇ ਮੇਰਾ ਭਰਿਆ ਹੱਥ ਰਹੂਗਾ। ਐਸੀ ਨਹੀਂ ਗੱਲ ਕੋਈ। ਬਿਲਕੁਲ ਸਰਵਨਾਮ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਮੰਦਿਰ ਉਸਾਰੀ ਦੀ, ਕਿਉਂਕਿ ਦਾਸ ਨੂੰ ਜੋ ਵੀ ਜਾਣਕਾਰੀ ਹੈ 14 ਜੂਨ 1965 ਨੂੰ ਹਾੜ ਦੀ ਸੰਗਰਾਂਦ ਦੇ ਮਹੀਨੇ ਵਾਲੇ ਦਿਨ ਉਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਸ਼੍ਰੀ ਕਾਂਚੀ ਬਨਾਰਸ, ਕਿਉਂਕਿ ਉਹ ਵੀ ਸੰਤ ਸਰਵਨਦਾਸ ਮਹਾਰਾਜ ਜੀ ਨੇ ਹੀ ਖੋਜ ਕੀਤੀ ਸੀ। ਆਪ ਬੇਸ਼ੱਕ ਉੱਥੇ ਉਹ ਨਹੀਂ ਗਏ, ਲੇਕਿਨ ਡੇਰਾ ਸੱਚਖੰਡ ਬੱਲਾ ਬੈਠਿਆਂ ਨੇ ਹੀ ਸਾਰਾ ਦ੍ਰਿਸ਼ਟੀ ਮਾਰ ਕੇ ਦੱਸ ਦਿੱਤਾ ਸੀ ਕਿ ਉੱਥੇ ਜਾਓਗੇ ਤਾਂ ਤੁਹਾਨੂੰ ਆਹ ਚੀਜ਼ ਮਿਲੇਗੀ, ਇੱਥੇ ਜਾਓਗੇ ਤਾਂ ਆਹ ਚੀਜ਼ ਮਿਲੂਗੀ। ਕਿਉਂਕਿ ਉਹ ਇੱਕ ਟੈਲੀਫੋਨ ਕਾਲ ਲੈ ਲਈ। ਲੈ ਲਓ ਜੀ। ਹੈਲੋ ਜੀ। ਹੈਲੋ। हेलो जय गुरुदेव जी। धन गुरुदेव जी। कौन थी कितों बोल रहे जी? मैं तो बर्मिंघम ਤੋਂ ਬੋਲਦਾ ਹੁਸਨਲਾਲ ਚੌਹਾਨ ਜੀ ਆਪਣੇ। ਹਾਂਜੀ ਹੁਸਨਲਾਲ ਚੌਹਾਨ ਜੀ, ਵੈਲਕਮ। ਤੁਹਾਡਾ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤੁਹਾਨੂੰ ਆਪਣੇ ਦੋਨੋਂ ਭਰਾਵਾਂ ਨੂੰ ਬਹੁਤ ਪਿਆਰ ਭਰੀ ਜੈ ਗੁਰਦੇਵ। ਧੰਨ ਗੁਰਦੇਵ ਜੀ। ਮੈਂ ਹੁਸਨਲਾਲ ਚੌਹਾਨ ਬੋਲਦਾ ਬਰਮਿੰਘਮ ਤੋਂ। ਜੀ ਜੀ ਜੀ, ਮੈਂ ਸੁਣਿਆ। ਹਾਂਜੀ ਹਾਂਜੀ, ਤੁਹਾਨੂੰ ਵੀ ਜੈ ਗੁਰਦੇਵ, ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਜੈ ਗੁਰਦੇਵ। ਥੈਂਕ ਯੂ। ਧੰਨ ਮੇਰੇ ਗੁਰਦੇਵ ਤੋਂ ਜੀ। ਮੇਰੇ ਪਰਿਵਾਰ ਵੱਲੋਂ ਸ਼੍ਰੀ 108 ਸੰਤ ਸਰਬਨਦਾਸ ਜੀ ਮਹਾਰਾਜ ਦੀ ਬਰਸੀ ਤੇ ਜੀ ਉਹਨਾਂ ਦੇ ਚਰਨਾਂ ਵਿੱਚ ਕੋਟ ਕੋਟ ਤੋਂ ਨਾਮ ਉਹਨਾਂ ਨੂੰ ਅਸੀਂ ਸ਼ਰਧਾ ਫੁੱਲ ਭੇਟ ਕਰਦੇ ਹਾਂ ਜੀ। ਤੇ ਮਹਾਰਾਜ ਸਾਹਿਬ ਤੇ ਮਿਹਰ ਭਰੇ ਰੱਖੇ। ਮੇਰੇ ਵੱਲੋਂ 25 ਪੌਂਡ ਲੈ ਲਿਓ, ਮੈਂ ਜਦੋਂ ਆਇਆ ਤੇ ਤੁਹਾਨੂੰ ਦੇ ਦੂੰਗਾ ਜੀ। ਬਹੁਤ ਬਹੁਤ ਜੈ ਗੁਰਦੇਵ, ਧੰਨ ਗੁਰਦੇਵ। ਧੰਨ ਗੁਰਦੇਵ ਜੀ, ਥੈਂਕ ਯੂ ਜੀ। ਬਹੁਤ ਬਹੁਤ ਮਿਹਰਬਾਨੀ ਸਾਡੇ ਹੁਸਨਲਾਲ ਚੌਹਾਨ ਜੀ, ਕਿਉਂਕਿ ਇਹ ਵੀ ਬਹੁਤ ਅਣਥੱਕ ਸੇਵਾ ਕਰਦੇ ਹਨ। ਅੱਜ ਵੀ ਉਹਨਾਂ ਨੇ 25 ਪੌਂਡ ਦੇ ਕੇ ਆਪਣੇ ਵੱਲੋਂ ਸੇਵਾ ਕੀਤੀ ਹੈ। ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਪਰਿਵਾਰ 'ਤੇ ਵੀ ਮਿਹਰ ਭਰਿਆ ਹੱਥ ਰੱਖਣ, ਕਿਉਂਕਿ ਕਦੀ ਵੀ ਤੁਸੀਂ ਕੋਈ ਵੀ ਤਿਲ ਫੁੱਲ ਭੇਟ ਕਰਦੇ ਹੋ ਤਾਂ ਕਦੀ ਵੀ ਵਿਅਰਥ ਨਹੀਂ ਜਾਂਦਾ, ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਕਿਰਤ ਕਮਾਈ ਵਿੱਚੋਂ ਜ਼ਰੂਰ ਕੁਛ ਨਾ ਕੁਛ ਆਪਾਂ ਚੰਗੇ ਪਾਸੇ ਲਾਇਆ ਜਾਵੇ। ਜੋ ਮੈਂ ਗੱਲ ਕਰ ਰਿਹਾ ਸੀ ਕਿ 14 ਜੂਨ 1965 ਨੂੰ ਹਾੜ ਦੀ ਸੰਗਰਾਂਦ ਦਾ ਮਹੀਨਾ ਸੀ, ਔਰ ਜਦੋਂ ਕਾਂਚੀ ਬਨਾਰਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਲੇਕਿਨ ਸੰਤ ਸਰਵਨਦਾਸ ਮਹਾਰਾਜ ਜੀ ਇੱਕ ਐਸੀ ਸ਼ਖਸੀਅਤ ਸਨ ਕਿ ਉਹ ਡੇਰਾ ਸੱਚਖੰਡ ਬੱਲਾ ਦੇ ਵਿੱਚ ਬੈਠੇ ਹੀ ਸਾਰਾ ਕੁਝ ਹੀ ਦੱਸ ਦਿੰਦੇ ਸਨ, ਪਰ ਉਹ ਬੇਸ਼ੱਕ ਆਪ ਨਹੀਂ ਗਏ। ਕਈ ਵਾਰ ਇਹ ਵੀ ਗੱਲ ਸੁਣਨ ਵਿੱਚ ਆਉਂਦੀ ਸੀ ਕਿ ਜਦੋਂ ਕਿਤੇ ਸੰਗਤ ਇਕੱਠੀ ਹੋ ਕੇ ਡੇਰਾ ਸੱਚਖੰਡ ਬੱਲਾ ਦੇ ਵਿੱਚ ਬੈਠੀ ਹੁੰਦੀ ਸੀ ਤੇ ਮਹਾਰਾਜ ਜੀ ਮੰਦਿਰ ਦੀ ਉਸਾਰੀ ਤਾਂ ਸ਼ੁਰੂ ਹੋ ਗਈ, ਲੇਕਿਨ ਉਹ ਐਡੀ ਦੂਰ ਕੌਣ ਜਾਊਗਾ। ਤੇ ਉਹ ਮਹਾਪੁਰਸ਼ਾਂ ਨੇ, ਕਿਉਂਕਿ ਉਹ ਰੱਬੀ ਰੂਪ ਸਨ, ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਐਡੀ ਅਪਰੰਪਾਰ ਕਿਰਪਾ ਸੀ ਉਹਨਾਂ 'ਤੇ। ਉੱਥੇ ਬੈਠਿਆਂ ਨੇ ਹੀ ਆਖ ਦਿੱਤਾ ਸੀ ਕਿ ਕੋਈ ਦਿਨ ਐਸਾ ਆਵੇਗਾ, ਗੱਡੀਆਂ ਭਰ ਕੇ ਜਾਣਗੀਆਂ, ਜਹਾਜ਼ ਭਰ ਕੇ ਜਾਣਗੇ। ਕਿਉਂਕਿ ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਸਾਧੂ ਬੋਲੇ ਸਹਿ ਸੁਭਾ,
ਸਾਧੂ ਦਾ ਬੋਲਿਆ ਬਿਰਥਾ ਨਾ ਜਾ। ਇੱਥੇ ਹੀ ਗੱਲ ਬਸ ਨਹੀਂ, ਕਿਉਂਕਿ ਡੇਰੇ ਬਹੁਤ ਬਣੇ ਹੋਏ ਹਨ ਪੰਜਾਬ ਦੇ ਵਿੱਚ, ਕਿਉਂਕਿ ਡੇਰਿਆਂ ਦਾ ਕੋਈ ਜਿੰਨੇ ਮਰਜ਼ੀ ਤੁਸੀਂ ਗਿਣਤੀ ਕਰ ਲਓ, ਪਰ ਕੋਈ ਬਿਰਲਾ ਬਿਰਲਾ ਹੀ ਹੁੰਦਾ ਹੈ ਜਿਹੜਾ ਕੌਮ ਨੂੰ ਅੱਗੇ ਲਿਆਉਂਦਾ ਹੈ। ਪਰ ਫਿਰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਹਰੇਕ ਡੇਰੇ ਦੇ ਕੋਲ ਜਾ ਕੇ ਬੇਨਤੀ ਰਜੋਈ, ਕਿਉਂਕਿ ਮਹਾਂਪੁਰਸ਼ ਜਿਹੜੇ ਹੁੰਦੇ ਹਨ ਉਹ ਇੰਨੇ ਠੰਡੇ ਹੁੰਦੇ ਹਨ, ਸੀਤਲ ਸੁਭਾਅ ਦੇ ਹੁੰਦੇ ਹਨ ਕਿ ਉਹਨਾਂ ਦੇ ਚਿਹਰੇ 'ਤੇ ਕਦੀ ਗੁੱਸਾ ਆਉਂਦਾ ਹੀ ਨਹੀਂ। ਪਰ ਜਿਹੜੇ ਵੀ ਡੇਰੇ ਕੋਲ ਜਾਂਦੇ ਸਨ ਉਹ ਅੱਗਿਓਂ ਇਹੋ ਹੀ ਬਿਆਨ ਕਰ ਦਿੰਦੇ ਸਨ, ਕੋਈ ਨਹੀਂ ਮਹਾਰਾਜ ਤੁਸੀਂ ਲੱਗੇ ਆ, ਤੁਸੀਂ ਕਰੀ ਚੱਲੋ, ਅਸੀਂ ਤੁਹਾਡੇ ਨਾਲ ਹੀ ਹਾਂ। ਲੇਕਿਨ ਬਾਅਦ ਵਿੱਚ ਜਦੋਂ ਕੋਈ ਅਸੀਂ ਕਿੰਤੂ ਪ੍ਰੰਤੂ ਕਰਦੇ ਹਾਂ, ਫਿਰ ਸਾਨੂੰ ਆਪਣੇ ਆਪ ਅੰਦਰ ਇਹ ਜ਼ਰੂਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਉਸ ਵਕਤ ਜਦ ਕੁਛ ਨਹੀਂ ਕਰ ਸਕੇ ਤਾਂ ਹੁਣ ਵੀ ਅਸੀਂ ਕਿਉਂ ਕਿਸੇ ਕੰਮ ਦੇ ਵਿੱਚ ਕੋਈ ਅੜਚਨ ਪਾਉਂਦੇ ਹਾਂ। ਇਹਨਾਂ ਗੱਲਾਂ ਤੋਂ ਸਾਨੂੰ ਥੋੜ੍ਹਾ ਗਰੇਜ਼ ਕਰਨਾ ਚਾਹੀਦਾ। ਹਾਂਜੀ ਸਰਬਰਾਮ ਜੀ। ਦੇਖੋ ਜੀ, ਜਿਹੜਾ ਕੰਮ ਚੰਗਾ ਰਾਣਾ ਜੀ ਕਰਦਾ, ਕੋਈ ਸੰਤ ਆ, ਕੋਈ ਜਿੱਦਾਂ ਸਧਾਰਨ ਕੋਈ ਜੀਵ ਆ ਜੀ, ਉਹ ਆਪਣੇ ਚਿੱਤੋਂ ਚੰਗਾ ਕੰਮ ਕਰ ਰਿਹਾ। ਜਿੱਦਾਂ ਸੰਤਾਂ ਨੇ, ਹੁਣ ਤੋਂ ਆਪਾਂ ਗੱਲ ਕਰਦੇ ਵਾਰਾਣਸੀ ਬਾਰੇ, ਮੰਦਰ ਬਣਨ ਦੀ, ਜੀ ਜੀ ਜੀ, ਕਿਉਂਕਿ ਉਹਦੇ ਵਿੱਚ ਰੁਕਾਵਟਾਂ ਹੋਣੀਆਂ, ਕਿਉਂਕਿ ਰੁਕਾਵਟਾਂ ਤਾਂ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਨੇ ਜਦੋਂ ਪੱਥਰੀ ਤਾਰੀ ਹੈ ਜੀ ਉਹਨਾਂ ਨੂੰ ਵੀ ਆਈਆਂ। ਜੀ, ਉਹਨਾਂ ਦਿਨਾਂ ਵਿੱਚ ਵੀ ਹਾਲੇ ਸਾਡੀ ਕੌਮ ਦੇ ਵਿੱਚ, ਮੈਂ ਨਹੀਂ ਘਬਰਾਉਂਦਾ ਕਹਿਣ ਤੋਂ, ਹਾਲੇ ਵੀ ਰੁਕਾਵਟਾਂ ਪਾਉਣ ਵਾਲੇ ਸਾਡੀ ਕੌਮ ਦੇ ਵਿੱਚ, ਉਹਨਾਂ ਦੇ ਟਾਈਮ ਦੇ ਵੀ ਪਈਆਂ, ਹਾਲੇ ਵੀ ਪੈਂਦੀਆਂ। ਜੀ ਜੀ, ਔਰ ਸੰਤਾਂ ਨੂੰ ਅਸੀਂ ਨਾ ਕਿਸੇ ਸੰਤ ਨੂੰ ਨਾ ਕਿਸੇ ਗ੍ਰੰਥ ਨੂੰ ਮਾੜਾ ਨਹੀਂ ਕਹਿੰਦੇ, ਪਰ ਜਿਹੜਾ ਕੌਮ ਨੂੰ ਅੱਗੇ ਲਿਜਾਉਣ ਵਾਲਾ ਹੁੰਦਾ, ਇੱਕ ਬਾਪ ਜਿਹੜਾ ਜਿੱਦਾਂ ਆਪਣੇ ਬੱਚਿਆਂ ਨੂੰ ਪਾਲਦਾ, ਜੀ, ਉਹ ਇੱਕ ਕੌਮ ਦੇ ਬਾਪ ਸਗੇ ਸੰਤ। ਕਿਉਂਕਿ ਜਿਹੜੇ ਖਿੱਚਾ ਤੂਈ ਕਰਨ ਵਾਲੇ ਬਾਕੀ ਹੁੰਦੇ, ਕੋਈ ਇੱਧਰ ਫਿਰ ਨੂੰ ਕੋਈ ਉੱਧਰ ਨੂੰ, ਉਹ ਗੱਲਾਂ ਕਰਨੀਆਂ ਬਹੁਤ ਜਿਹੜੀਆਂ ਮਾੜੀਆਂ ਕਰਨੀਆਂ ਵੀ ਨਹੀਂ ਚਾਹੀਦੀਆਂ। ਜਿਹੜਾ ਬੰਦਾ ਸੰਤ ਆ ਜਾਂ ਸਾਧੂ ਸਾਡੀ ਕੌਮ ਵਾਸਤੇ ਸੋਚਦਾ, ਭਾਵੇਂ ਕੋਈ ਲੀਡਰ ਹੀ ਹੋਵੇ, ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ, ਕਿਉਂਕਿ ਸੰਤਾਂ ਦੀ ਕੁਰਬਾਨੀ ਜਿਹੜੀ ਆ ਇਹ ਤਾਂ ਬਹੁਤ ਜਨਮਾਂ ਵਿੱਚ ਨਹੀਂ ਅਸੀਂ ਦੇ ਸਕਦੇ। ਜਿਹੜਾ ਸੰਤ ਸਰਵਨਦਾਸ ਮਹਾਰਾਜ ਜੀ ਨੇ ਸਾਡੇ 'ਤੇ ਕੁਰਬਾਨੀ ਕੀਤੀ ਆ, ਇਹਦਾ ਕੋਈ ਮੁੱਲ ਨਹੀਂ। ਕਿਉਂਕਿ ਸੰਤਾਂ ਦੇ ਜਿੱਦਾਂ ਤੁਸੀਂ ਕਹਿ ਹਟੇ, ਸੰਤ ਬੋਲੇ ਸਹਿ ਸਵਾਦ ਸੰਤਾਂ ਦਾ ਬੋਲਿਆ ਬਿਰਥਾ ਨਾ ਜਾ। ਜੀ, ਮਾਫ਼ ਕਰਨਾ, ਇੱਕ ਸਾਡੇ ਪਿੰਡੋਂ ਜ਼ਿਮੀਂਦਾਰ ਰਾਹਪੁਰ, ਮੇਰੇ ਨਾਨਕੇ ਆ ਰਾਹਪੁਰ ਤੋਂ, ਜਨਾਨੀ ਸਾਡੇ ਪਿੰਡ ਜਿੱਦਾਂ ਵਿਆਹੀ ਸੀ, ਜੀ, ਤੇ ਉਹਦੇ ਭਰਾ ਨੂੰ ਲੜਾਈ ਝਗੜਾ ਹੋ ਗਿਆ ਤੇ ਬੰਦਾ ਮਰ ਗਿਆ ਸੀ, ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ। ਜੀ, ਉਹ ਆਈ ਉੱਥੇ ਮਹਾਰਾਜ ਸੰਤਾਂ ਕੋਲ ਆ ਕੇ ਰੋਣ ਲੱਗ ਪਈ, ਕਹਿੰਦੀ ਮਹਾਰਾਜ ਜੀ ਵੀ ਮੇਰੇ ਭਰਾ ਨੂੰ ਫਾਂਸੀ ਦੀ ਸਜ਼ਾ ਹੋ ਗਈ ਆ, ਜੀ, ਵੀ ਇਹਨੂੰ ਕਿਸੇ ਤਰ੍ਹਾਂ। ਉਹ ਕਹਿੰਦੇ 5 ਮਿੰਟ ਬਹਿ ਜਾ। ਮਹਾਰਾਜ ਅੰਤਰ ਧਿਆਨ ਹੋਏ, ਕਹਿੰਦੇ ਰਾਓ ਨਾਂ ਸੀ ਜਨਾਨੀ ਦਾ, ਰਾਓ ਸੀ, ਕਹਿੰਦੇ ਰਾਓ ਭਈ ਸਜ਼ਾ ਤਾਂ ਉਹਦੀ ਫਾਂਸੀ ਦੀ ਟੁੱਟ ਜਾਊਗੀ, ਭਈ ਤੂੰ ਸਾਨੂੰ ਇੱਥੇ ਕੀ ਲਿਆਉਂਗੀ ਪ੍ਰਸ਼ਾਦ। ਕਹਿੰਦੀ ਮਹਾਰਾਜ ਮੈਂ ਸੇਰ ਪੱਕੇ ਬਦਾਮ ਲੈ ਆਉਂਗੀ। ਜੀ, ਉਹ 20 ਕੁ ਦਿਨ ਉਹ ਬੰਦੇ ਦੀ ਤਰੀਕ ਪੈ ਗਈ ਤਾਂ ਬੰਦਾ ਬਰੀ ਹੋ ਗਿਆ। ਜੀ, ਬਰੀ ਹੋ ਗਿਆ ਤਾਂ ਰਾਓ ਬੀਬੀ ਨੂੰ ਬਦਾਮਾਂ ਦਾ ਚੇਤਾ ਭੁੱਲ ਗਿਆ, ਫਿਰ ਮੈਂ ਸੇਰ ਪੱਕੇ ਮਹਾਰਾਜ ਦੇ ਬਦਾਮ ਚੜਾਉਣੇ ਸੀ। 1.5 ਸਾਲ ਬਾਅਦ ਮੁੜ ਕੇ ਫਿਰ ਉੱਥੇ ਲੰਘੀ, ਸਾਡੇ ਪਿੰਡ ਵੱਲੋਂ ਤੁਰ ਕੇ ਜਾਂਦੇ ਸੀ, ਬੱਸਾਂ ਮੁੱਸਾਂ ਹੈ ਨਹੀਂ ਹੁੰਦੀਆਂ, ਅਸੀਂ ਵੀ ਤੁਰ ਕੇ ਆਉਂਦੇ ਰਹੇ। ਜਦੋਂ ਫੇਰ ਗਈ ਤਾਂ ਦਿਮਾਗ 'ਚ ਆਈ, ਫਿਰ ਮੈਂ ਮੱਥਾ ਟੇਕ ਕੇ ਲੰਘਦੀ ਸੰਤਾਂ ਦੇ, ਤੇ ਉਹ ਬਦਾਮਾਂ ਦਾ ਚੇਤਾ ਭੁੱਲ ਗਿਆ। ਵੀ ਮਹਾਰਾਜ ਨੂੰ ਮੈਂ ਇੱਦਾਂ ਵੀ ਕਿਹਾ, ਜਦੋਂ ਹਾਲੇ ਮਹਾਰਾਜ ਜਾ ਕੇ ਨਮਸਕਾਰ ਕੀਤੀ, ਕਹਿੰਦੇ ਰਾਓ ਬਦਾਮ ਆਪੇ ਹੀ ਖਾ ਗਏ ਸੀ ਕਿ ਲਿਆਂਦੇ ਹੀ ਨਹੀਂ। ਦੇਖੋ ਮਹਾਰਾਜ ਦੀ ਲੀਲਾ ਕਿੱਦਾਂ ਦੀ, ਹਾਲਾਂਕਿ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਸੀ। ਜੀ, ਜੀ, ਕਿਉਂਕਿ ਸੰਤਾਂ ਦੇ ਜਿੱਥੇ ਕਈ ਕੁਰਬਾਨੀਆਂ ਦਿੱਤੀਆਂ, ਉੱਥੇ ਜਿੱਥੇ ਸੰਤਾਂ ਨੇ ਛੰਨ ਬਣਾਈ ਸੀ, ਕਿ ਕੁੱਲੀ ਦਾਸ ਨੇ ਦੇਖੀ ਆ, ਉਹਦੇ ਲਾਗੇ ਛੋਟਾ ਜਿਹਨੂੰ ਆਪਾਂ ਕੁੱਤਾ ਨਾਲਕਾ ਕਹਿੰਦੇ, ਉਹ ਹੁੰਦਾ ਸੀ। ਜੀ, ਤੇ ਛੋਟਾ ਹੁੰਦਾ, ਸਾਡੀ ਮਾਈ, ਸਾਡਾ ਵੀ ਰਾਹ ਉੱਥੋਂ ਦੀ ਵਗਦਾ ਹੁੰਦਾ ਸੀ, ਪਿੰਡ ਨੂੰ ਤੁਰ ਕੇ ਜਾਂਦੇ ਹੁੰਦੇ ਸੀ। ਮਾਈ ਨੇ ਕਹਿਣਾ ਆ ਜਾ ਪੁੱਤ ਮੱਥਾ ਟੇਕ ਕੇ ਸੰਤਾਂ ਦੇ ਚੱਲਦੇ ਆ, ਤੇ ਉੱਥੇ ਬਹਿ ਜਾਣਾ ਜਾ ਕੇ, ਸੰਤਾਂ ਦੇ ਕੋਲ ਬੈਠਣਾ ਜਾ ਕੇ। ਕਈ ਵਾਰੀ ਮੈਨੂੰ ਮਹਾਰਾਜ ਕਹਿਣਾ ਨਲਕਾ ਗੇੜ ਹੋਇਆ, ਸਤਵਰਗਾਂ ਨੂੰ ਮਾੜਾ ਜਿਹਾ ਪਾਣੀ ਪਾ, ਹੈਂ ਤੋਰੀ ਇੱਦਾਂ ਪੀਪਾ ਲਾਗੇ ਰੱਖਿਆ ਹੁੰਦਾ ਸੀ। ਕਈ ਵਾਰੀ ਮੈਨੂੰ ਇੱਕ ਲੱਡੂ ਦੇ ਦੇਣਾ। ਫਿਰ ਜਦੋਂ ਮੈਂ ਮਾੜਾ ਜਿਹਾ ਥੱਕ ਤੁੱਕ ਜਾਣਾ, ਉਹਨੇ ਕਹਿਣਾ ਹੋਰ ਨਹੀਂ ਗੇੜਨਾ, ਮੈਂ ਕਹਿਣਾ ਮਹਾਰਾਜ ਇੱਕ ਲੱਡੂ ਹੋਰ ਦੇ ਦਿਓ। ਕਰਕੇ ਮਿੱਠੇ ਦਾ ਮੈਂ ਬਹੁਤ ਲਾਲਚੀ ਹੁੰਦਾ, ਮਿੱਠਾ ਮੈਂ ਬਹੁਤ 16-17 ਸਾਲਾਂ ਦੇ ਹੋ ਗਏ, ਮੈਂ ਮਿਰਚ ਦੀ ਦਾਲ ਖਾਧੀ ਸੀ। ਉਹਨੇ ਕਹਿਣਾ ਲੈ ਫੇ ਫੜ, ਤੇ ਮਾਈ ਨੇ ਕਹਿਣਾ ਇਹ ਮਹਾਰਾਜ ਜੀ ਮਿੱਠਾ ਬਹੁਤ ਖਾਂਦਾ। ਕਹਿੰਦੇ ਕਿ ਖਾਂਦਾ ਮਿੱਠਾ ਤੇ ਇਹਦਾ ਸੁਭਾਅ ਕਾਹਦੇ ਕੌੜਾ ਹੈ। ਉਹ ਗੱਲ ਮਹਾਰਾਜ ਦੀ ਇੱਦਾਂ ਨਿਕਲ ਜਾਂਦੀ ਹੈ। ਜਾਣੇ ਕਿ ਸੰਤਾਂ ਨੇ ਬਹੁਤ ਜ਼ਿਆਦਾ ਕੁਰਬਾਨੀ ਜਿੱਦਾਂ ਦੁਨੀਆ ਦੇ ਉੱਤੇ ਕੀਤੀ। ਇਹ ਗੱਲਾਂ ਨਹੀਂ ਇੱਦਾਂ ਦੀਆਂ, ਜਿੰਨੀਆਂ ਮਰਜ਼ੀ ਗੱਲਾਂ ਸੰਤਾਂ ਦੀਆਂ ਕਰੀ ਜਾਓ। ਆ ਜਿਹੜੀ ਤੁਸੀਂ ਟ੍ਰੇਨ ਦੀ ਗੱਲ ਕਰਦੇ, ਉੱਥੇ ਹੀ ਬੈਠੇ ਸੀਗੇ ਅਸੀਂ, ਕੰਧ ਇੱਦਾਂ ਸੀਗੀ, ਛੋਟੇ ਛੋਟੇ ਅੰਬਾਂ ਦੇ ਬੂਟੇ ਸੀ। ਸ਼ਾਮ ਨੂੰ 10 ਕੁ ਜਣੇ ਵੱਧ ਤੋਂ ਵੱਧ ਬਹਿੰਦੇ ਹੁੰਦੇ ਸੀ ਉੱਥੇ। ਉਹਨੇ ਬੋਰੀਆਂ ਵਿਛਾ ਕੇ ਬਹਿ ਲੈਣੀਆਂ, ਸੰਤਾਂ ਨੂੰ ਕੁਰਸੀ ਡਾ ਦੇਣੀ। ਜਦੋਂ ਡਾ ਦੇਣੀ ਤਾਂ ਮੇਰਾ ਮਾਮਾ ਜੱਗੂ ਰਾਮ ਸੰਦਾ ਸੀ। ਜਿੰਨੀਆਂ ਇੰਗਲੈਂਡ ਦੀਆਂ ਜਾਤੇ ਹੁਣ ਤੇ ਚਿੱਠੀਆਂ ਬੰਦ ਹੋਈਆਂ, ਜਦੋਂ ਦਾ ਉਹ ਭਰਿਆ ਉਦੋਂ ਦੀਆਂ ਬੰਦ ਹੋਈਆਂ। ਉਹਨੇ ਇੱਧਰੋਂ ਗਈਆਂ ਚਿੱਠੀਆਂ, ਮੈਂ ਅਸੀਂ ਉਹਨੂੰ ਸਾਈਕਲ 'ਤੇ ਲੈ ਕੇ ਜਾਣਾ ਰਾਹਪੁਰੋਂ ਡੇਰੇ ਨੂੰ, ਬੱਲਾ ਨੂੰ, ਉਹਨੂੰ ਬਿਠਾ ਲਣਾ। ਉਹਨੂੰ ਕਹਿਣਾ ਜੱਗੂ ਰਾਮਾ, ਸੰਤਾਂ ਨੇ ਕਹਿਣਾ ਚਿੱਠੀਆਂ ਪੜ੍ਹ ਵੇ, ਬਲੈਤੋਂ ਚਿੱਠੀਆਂ ਆਈਆਂ। ਉਹਨੇ ਪੜ੍ਹਨੀਆਂ,
ਉਹਨੇ ਫਿਰ ਲਿਖਣੀਆਂ ਵੀ ਉਹਨੇ ਜਿੰਨੀਆਂ ਲਿਖੋ ਗਈਆਂ ਦੂਏ ਦਿਨ ਜਿੰਨੀਆਂ ਥੋੜ੍ਹੀਆਂ ਵਾਲੀਆਂ ਫੇਰ ਗਈਆਂ ਫੇਰ ਪੜ੍ਹਨੀਆਂ ਫੇਰ ਲਿਖਣੀਆਂ। ਉਦਣ ਲੋਕੀ ਵੀ ਬੈਠੇ ਉੱਥੇ ਇਹ ਗੱਲ ਕਰਦੇ ਸੀ ਜਿਹੜੀ ਤੁਸੀਂ ਕਹਿ ਕੇ ਹਟੇ ਆ, ਕਹਿੰਦੇ ਮਹਾਰਾਜ ਮੰਦਰ ਤੁਸੀਂ ਕਹਿੰਦੇ ਬਨਾਰਸ ਬਣਾਉਣਾ, ਉੱਥੇ ਨੂੰ ਕਿਹੜਾ ਐਡੀ ਦੂਰ ਜਾਇਆ ਕਰੂਗਾ। ਮਹਾਰਾਜ ਨੇ ਕਿਹਾ ਸੀ ਕਿ ਉਸੇ ਟਾਈਮ ਦੇ ਉੱਤੇ ਕਹਿੰਦੇ ਬਈ ਜਿਹੜਾ ਮੰਦਰ ਦੀ ਗੱਲ ਕਰਦੇ ਉੱਥੇ ਟ੍ਰੇਨਾਂ ਬੱਸਾਂ ਗੱਡੀਆਂ ਕਿ ਜਹਾਜ਼ ਵੀ ਬਾਹਰਲੀਆਂ ਮੁਲਕਾਂ ਤੋਂ ਆਇਆ ਕਰਨਗੇ ਉੱਥੇ ਨੂੰ। ਉਹ ਦੇਖੋ ਤੁਹਾਨੂੰ ਹੁਣ ਉਹ ਜਿਹੜੀ ਗੱਲ ਆ ਉਹ ਕੋਈ ਲੁਕੀ ਛਿਪੀ ਨਹੀਂ, ਸਾਡੀਆਂ ਅੱਖਾਂ ਦੇ ਵਿੱਚ ਅਸੀਂ ਵੀ ਜਾਂਦੇ, ਅਸੀਂ ਜਹਾਜ਼ਾਂ 'ਚ ਜਾਂਦੇ ਇੱਥੋਂ, ਕਿਉਂਕਿ ਮਹਾਰਾਜ ਦੀਆਂ ਜਿਹੜੀਆਂ ਲੀਲਾ ਉਹ ਨਿਆਰੀਆਂ ਸੀਗੀਆਂ। ਜਿੰਨੀ ਉਹਨਾਂ ਦੀ ਸਿਫਤ ਕਰ ਲਵੇ ਉਨੀ ਥੋੜ੍ਹੀ ਆ, ਪਰ ਸੰਤਾਂ ਨੇ ਸਾਡੀ ਕੌਮ ਦੇ ਇੱਕ ਜਿੱਦਾਂ ਥੰਮ ਬੰਨ੍ਹ ਕੇ ਸਾਨੂੰ ਦੇ ਗਏ ਉਹ। ਜੀ ਜੀ। ਕਿਉਂਕਿ ਥੰਮ ਜਿਹੜਾ ਉਹ ਪਟ ਨਹੀਂ ਹੁੰਦਾ। ਹੁਣ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਵਾਰਾਣਸੀ ਵਿੱਚ ਸਜਿਆ, ਕਿਉਂਕਿ ਜਿਹੜਾ ਬੰਦਾ ਇੱਕ ਵਾਰੀ ਜਾ ਆਉਂਦਾ ਉਹਦਾ ਬੰਦੇ ਦਾ ਮਨ ਹੀ ਕਰਦਾ ਵੀ ਹੁਣ ਕੋਈ ਸਾਲ ਨਾ ਮਿਸ ਹੋਵੇ। ਮਾਫ਼ ਕਰਨਾ ਕਿ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਮੇਰਾ ਕੋਈ ਬਾਹਲਾ ਜ਼ਿਆਦਾ ਕੋਈ ਜਹਾਜ਼ ਹੀ ਖਰਾਬ ਹੋ ਗਿਆ ਹੋਵੇ, ਇੰਨਾ ਨੁਕਸਾਨ ਮਾਲੂਮ ਹੁੰਦਾ ਹੋਇਆ ਕਿ ਸਾਲ ਮਿਸ ਹੋ ਗਿਆ ਵਾਰਾਣਸੀ ਨੂੰ ਜਾ ਬਿਲਕੁਲ ਸਰਵਨਾਮ ਜੀ, ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਹਨ ਉਹ ਵੀ ਇਹੋ ਹੀ ਸਤਸੰਗ ਦੇ ਵਿੱਚ ਗੱਲ ਕਹਿੰਦੇ ਹਨ ਕਿ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ। ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖੋ ਜਿਸ ਨੇ ਪਾਰ ਉਤਾਰਾ ਤੁਹਾਡਾ ਕਰਨਾ ਹੈ। ਔਰ ਇਨਸਾਨ ਬੇਮੁਖ ਹੋ ਜਾਂਦਾ ਹੈ ਲੇਕਿਨ ਗੁਰੂ ਕਦੀ ਵੀ ਬੇਮੁਖ ਨਹੀਂ ਹੁੰਦਾ। ਲੇਕਿਨ ਜਿਹੜੀ ਦਾਸ ਨੇ ਗੱਲ ਕੀਤੀ ਹੈ ਇਹ ਬਿਲਕੁਲ ਹਕੀਕਤ ਹੈ, ਕਿਉਂਕਿ ਜਿਹੜੇ ਜਾਣੀ ਜਾਣ ਹੁੰਦੇ ਹਨ ਮਹਾਂਪੁਰਸ਼ ਉਹ ਪਹਿਲਾਂ ਹੀ, ਕਿਉਂਕਿ ਜਿਹੜੀਆਂ ਵੀ ਗੱਲਾਂ ਅੱਜ ਕੱਲ੍ਹ ਜੱਗ 'ਤੇ ਆਈਆਂ ਹਨ ਬਿਲਕੁਲ ਸੱਚੀਆਂ ਹਨ ਕਿ ਜੰਗਲ ਵਿੱਚ ਮੰਗਲ ਲਾ ਦਿੰਦੇ, ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਵਾਸਾ ਹੋਵੇ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈ ਜਾਂਦਾ, ਕੀਤਾ ਅਰਦਾਸਾ ਸੰਤਾਂ ਦਾ, ਉਹਨੂੰ ਜੜ ਤੋਂ ਪੁੱਟ ਕੇ ਸੁੱਟ ਦਿੰਦੇ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ। ਕਦੀ ਵੀ ਇਨਸਾਨ ਨੂੰ ਆਪਣੇ ਵੱਲੋਂ ਕੋਈ ਐਸਾ ਲਫ਼ਜ਼ ਨਹੀਂ ਕਹਿਣਾ ਚਾਹੀਦਾ ਜਿਹਦਾ ਹਰਜ਼ਾਨਾ, ਇਹ ਜ਼ਰੂਰੀ ਨਹੀਂ ਹੈ ਕਿ ਅਗਰ ਬਾਪ ਨੇ ਕਹੀ ਹੈ ਤਾਂ ਬਾਪ ਹੀ ਭੁਗਤੂਗਾ, ਕਿਉਂਕਿ ਪਿੱਛੇ ਜੋ ਸਾਰੀ ਰੀਤ ਚੱਲਦੀ ਆਈ ਹੁੰਦੀ ਹੈ ਉੱਥੇ ਤੱਕ ਉਹ ਹਰਜ਼ਾਨੇ ਭੁਗਤਣੇ ਪੈਂਦੇ ਹਨ। ਲੇਕਿਨ ਜੋ ਕੰਮ ਨਿਮਰਤਾ ਵਿੱਚ, ਪਿਆਰ ਵਿੱਚ, ਤੁਸੀਂ ਮਿਲਾਪ ਵਿੱਚ ਕਰ ਸਕਦੇ ਹੋ ਉਹ ਖਜ਼ਾਨਾ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਕਿ ਗੱਲ ਕੀਤੀ ਹੈ ਸਰਬਰਾਮ ਜੀ ਨੇ ਕਿ ਸੰਤ ਸਰਵਨਦਾਸ ਮਹਾਰਾਜ ਜੀ ਦੇ ਕਈ ਜਗ੍ਹਾ 'ਤੇ ਜਿਹੜੇ ਸਰੀਰ ਦੇ ਅੰਗ ਦੇਖੇ ਜਾਂਦੇ ਸਨ, ਲੇਕਿਨ ਉਹ ਅੰਗ ਵੀ ਉਹਨਾਂ ਨੂੰ ਹੀ ਦਿਸਦੇ ਸਨ ਕਿ ਜਿਨ੍ਹਾਂ ਨੇ ਉਸ ਮਾਲਕ ਦੇ ਨਾਲ ਪ੍ਰੀਤ ਲਾਈ ਹੋਈ ਸੀ। ਕਿਉਂਕਿ ਕਿਸੇ ਨਿਮਾਣੇ ਨੂੰ ਜਾਂ ਬੇਮੁਖ ਵਾਲੇ ਨੂੰ ਕਦੀ ਵੀ ਉਹ ਦਰਸ਼ਨ ਨਹੀਂ ਹੁੰਦੇ। ਅਗਰ ਤੁਸੀਂ ਬੰਦਗੀ ਕੀਤੀ ਹੈ, ਇਬਾਦਤ ਕੀਤੀ ਹੈ, ਉਸ ਮਾਲਕ ਨੂੰ ਹਮੇਸ਼ਾ ਯਾਦ ਕੀਤਾ ਹੈ, ਉਹਦੀ ਰਜ਼ਾ ਦੇ ਵਿੱਚ ਰਹੇ ਹੋ, ਤਾਂ ਫਿਰ ਹੀ ਤਦੇ ਹੀ ਕੁਛ ਪ੍ਰਾਪਤ ਹੁੰਦਾ ਹੈ। ਕੋਸ਼ਿਸ਼ ਕਰਿਆ ਕਰੋ ਕਿ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਿੰਨੇ ਵੀ ਤੁਹਾਨੂੰ ਸਵਾਸ ਦਿੱਤੇ ਹਨ ਉਹ ਚੰਗੇ ਪਾਸੇ ਹੀ ਲਾਏ ਜਾਣ, ਤਾਂ ਕਿ ਕਿਉਂਕਿ ਇਹ ਜ਼ਿੰਦਗੀ 4 ਦਿਹਾੜੇ ਖੁਸ਼ੀਆਂ ਨਾਲ ਹੰਡਾਈਏ, ਕੀ ਪ੍ਰਵਾਸਾ ਜ਼ਿੰਦਗੀ ਦਾ, ਭਾਵੇਂ ਕੱਲ੍ਹ ਨੂੰ ਹੀ ਤੁਰ ਜਾਈਏ। ਕਿਉਂਕਿ ਉਸ ਮਾਲਕ ਨੇ ਜਿੰਨੇ ਸਵਾਸ ਦਿੱਤੇ ਹਨ ਇਹ ਤਾਂ ਆਪਣੇ ਕੋਲ ਗਿਣਤੀ ਦੇ ਸਵਾਸ ਹਨ, ਲੇਕਿਨ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਵੀ ਕੋਈ ਚੰਗਿਆਈ ਖੱਟ ਕੇ ਜਾਈਏ। ਕਿਉਂਕਿ ਮਹਾਂਪੁਰਸ਼ਾਂ ਦੀ ਜਿੰਨੀ ਵੀ ਮੈਂ ਵਡਿਆਈ ਕਰਾਂ, ਹੁਣ ਤੁਸੀਂ ਦੇਖਦੇ ਹੋ ਕਿ ਡੇਰਾ ਸੱਚਖੰਡ ਬੱਲਾ ਦੇ ਵਿੱਚ ਇੱਕ ਟਾਈਮ 'ਤੇ ਹੀ ਕੋਈ 70-80 ਹਜ਼ਾਰ ਬੰਦਾ ਲੰਗਰ ਛਕ ਸਕਦਾ ਹੈ, ਔਰ ਉਹ ਕਰਨ ਕਰਾਵਣ ਆਪੇ ਆਪ, ਕਿਉਂਕਿ ਮਾਲਕ ਪਰਮਾਤਮਾ ਪਰਮੇਸ਼ਰ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਛਤਰ ਛਾਇਆ ਹੁੰਦੀ ਹੈ ਤਾਂ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ। ਕਈ ਵਾਰ ਇਨਸਾਨ ਆਪਣੇ ਵੱਲੋਂ ਗਲਤੀ ਕਰ ਜਾਂਦਾ ਹੈ, ਲੇਕਿਨ ਫਿਰ ਵੀ ਕਦੀ ਵੀ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਇਸ ਇੰਗਲੈਂਡ ਦੇ ਵਿੱਚ ਸੰਤਾਂ ਦੇ ਕੋਲੋਂ ਜਿਨ੍ਹਾਂ ਨੇ ਨਾਮਦਾਨ ਲਿਆ ਹੋਇਆ ਹੈ, ਔਰ ਸੰਤ ਸਰਬਨਦਾਸ ਮਹਾਰਾਜ ਜੀ ਕੋਲ ਇੱਕ ਜੀਪ ਹੁੰਦੀ ਸੀ, ਮਹਿੰਦਰਾ ਜੀਪ, ਜਿੱਥੇ ਵੀ ਉਹਨਾਂ ਨੇ ਜਾਣਾ ਉਸ ਜੀਪ ਦੇ ਵਿੱਚ ਹੀ ਸਫ਼ਰ ਕਰਦੇ ਸਨ। ਜਿੱਥੇ ਵੀ ਕੋਈ ਸੱਦਦੇ ਸਨ ਉੱਥੇ ਹੀ ਉਹ ਜਾ ਕੇ ਚਰਨ ਪਾਇਆ ਕਰਦੇ ਸਨ। ਲੇਕਿਨ ਜਿਨ੍ਹਾਂ ਨੇ ਵੀ ਨਾਮਦਾਨ ਲਿਆ ਹੈ, ਦਾਸ ਬੇਨਤੀ ਕਰਦਾ ਹੈ ਕਿ ਜ਼ਰੂਰ ਜੋ ਵੀ ਨਾਮਦਾਨ ਦੀ ਕਮਾਈ ਕਰ ਸਕਦੇ ਹੋ ਉਹ ਜ਼ਰੂਰ ਕਰੋ, ਤਾਂ ਕਿ ਉਸ ਮਾਲਕ ਨੇ ਹੀ ਸਹਾਈ ਹੋ ਕੇ ਸਾਡੇ ਦੁੱਖ ਕਲੇਸ਼ਾਂ ਤੋਂ ਛੁਟਕਾਰਾ ਪਾਉਣਾ ਹੈ। ਆਪਾਂ ਇੱਧਰਲੀਆਂ ਉੱਧਰਲੀਆਂ ਕਰਨ ਦਾ ਕੋਈ ਫਾਇਦਾ ਨਹੀਂ, ਉਹਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਜ਼ਿੰਦਗੀ ਬਤੀਤ ਕਰੋ,
ਤਾਂ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਵਧੀਆ ਹੋ ਸਕੇ। ਹਾਂਜੀ ਸਰਬਰਾਮ ਜੀ। ਦੇਖੋ ਜੀ, ਜਿੱਦਾਂ ਆਪਾਂ ਪਹਿਲਾਂ ਦੱਸਦੇ ਰਹੇ ਹਾਂ ਵੀ ਚੱਕ ਥਲ ਕਰਨ ਵਾਲੇ ਜਾਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ। ਜੀ ਉਹ ਜਿੱਥੇ ਸੰਤਾਂ ਨੇ ਜਿਹੜੀ ਕੁਟੀਆ ਪਾਈ ਸੀ ਨਾ, ਜੀ ਉਹ ਕਾਨਿਆਂ ਦੀ ਛੱਤ ਸੀ ਉਹਦੇ ਜੀ। ਤੇ ਦਾਸ ਨੇ ਦਰਸ਼ਨ ਕੀਤੇ ਉਹਦੇ, ਕਿਉਂਕਿ ਉਹ ਕਿਸੇ ਜ਼ਿਮੀਂਦਾਰ ਦਾ ਥਾਂ ਸੀਗਾ ਤਾਂ ਉਹਨੂੰ ਕਿਸੇ ਮੁੰਡੇ ਨੂੰ ਗੱਲਾਂ ਪੀਂਦੇ ਪੁੰਦੇ ਸੀ, ਸ਼ਰਾਬ ਪਾਣੀ ਕਿਤੇ, ਜੀ। ਉਹਨੂੰ ਕਿਸੇ ਨੇ ਲੋਕਾਂ ਨੇ ਚੱਕਤਾ ਵੀ ਜਿਹੜਾ ਤੇਰਾ ਥਾਂ ਉੱਥੇ, ਸੰਤ ਵੀ ਨਹੀਂ ਕਿਸੇ ਨੇ ਕਿਹਾ, ਕਹਿੰਦੇ ਕਿਸੇ ਸਾਧ ਨੂੰ ਉੱਥੇ ਜਿਹੜੀ ਕੁੱਲੀ ਪਾ ਲਈ ਆ, ਇਹ ਤੇਰੇ ਕਣਕ ਨੂੰ ਤੁਸੀਂ ਪੱਠੇ ਬੀਜਣੇ ਆ, ਕਣਕ ਬੀਜਣੀ ਆ, ਜੀ। ਇਹ ਆਲੇ ਦੁਆਲੇ ਲੋਕਾਂ ਨੂੰ ਮੱਥੇ ਟੇਕਣ ਵਾਲਾ ਪੈਣਾ, ਇਹ ਭੱਜਿਆ ਕਰੂਗੀ, ਨੁਕਸਾਨ ਹੋਇਆ ਕਰੂਗਾ। ਗੱਲ ਕੀ, ਉਹਨੂੰ ਜਿੱਦਾਂ ਚੱਕ ਦਿੱਤਾ, ਪੱਥਰ ਬਣਾਤਾ ਉਹਨੂੰ। ਜੀ ਉਹ ਸ਼ਾਮ ਨੂੰ ਉਹਨੇ ਕੀ ਕੀਤਾ, ਉਹ ਕਹਿੰਦਾ ਲੈ ਇਹ ਤਾਂ ਮੈਂ ਹੁਣੇ, ਕਹਿੰਦਾ ਵਿੱਚੇ ਸੰਤ ਦਾ ਵਿੱਚੇ ਕੁੱਲੀ ਹੁਣੇ ਅੱਗ ਲੱਗ ਲੂਣ ਨਾ। ਜੀ ਉਹ ਨਸ਼ੇ ਦੀ ਲੋੜ ਦੇ ਵਿੱਚ ਤੁਰਿਆ ਜਾਂਦਾ ਲੂਣ, ਫਿਰ ਮੈਂ ਅੱਗ ਲਾ ਦੇਣੀ, ਜੇ ਕਾਨਿਆਂ ਦੀ ਤਾਂ ਕੁੱਲੀ ਆ। ਜੀ ਉਹ ਜਦੋਂ ਉਹ ਜਾਂਦਾ ਉੱਥੇ ਹੁੰਦਾ ਕੋਈ ਜ਼ਿਮੀਂਦਾਰ ਜਿੱਦਾਂ ਖੂਹ ਆਪਣੇ ਤੋਂ ਪਿੰਡ ਨੂੰ ਤੁਰਿਆ ਜਾਂਦਾ, ਪਿੰਡ ਨੂੰ ਤੁਰਿਆ ਜਾਂਦਾ। ਉਹ ਕਹਿੰਦਾ ਤਾਂ ਕਿੱਥੇ ਚੱਲਿਆ ਵੇ ਕਾਕਾ, ਕਹਿੰਦਾ ਜਿਹੜੀ ਛੰਨ ਬੰਨ੍ਹ ਲਈ ਆ ਸੰਤ ਕਿਸੇ ਨੇ, ਉਹ ਸਾਡੇ ਇੱਦਾਂ ਨੁਕਸਾਨ ਹੋਇਆ ਕਰੂਗਾ ਜ਼ਮੀਨ ਦੇ ਵਿੱਚ, ਮੈਂ ਆਖੇ ਛੰਨ ਲੂਣ ਚੱਲਿਆ। ਉਹਨੇ ਮੋਢੇ 'ਤੇ ਹੱਥ ਰੱਖਿਆ, ਕਹਿੰਦਾ ਕਾਕਾ ਕਿਤੇ ਦੇਖੀ ਆਪ ਭੁੱਲ ਨਾ ਕਰ ਬੈਠੀ, ਜੀ ਇਹ ਤੇ ਤਾਂ ਕੋਲਾਂ ਜੇ ਸੰਤ ਹੋਣ ਸਹੀ, ਕੋਲਾਂ ਤਾਰ ਵੀ ਦਿੰਦੇ ਤਾਂ ਗਰਕਾ ਵੀ ਦਿੰਦੇ ਆ। ਜੀ ਉਹਨੇ ਪਤਿਆ ਕੇ ਉਹਨੂੰ ਪਿੱਛੇ ਨੂੰ ਮੋੜ ਦਿੱਤਾ ਘਰ ਨੂੰ। ਜੀ ਜਦੋਂ ਮੋੜਿਆ ਤਾਂ ਉਹ ਦੂਜੇ ਦਿਨ ਉਹਦੀ ਮਾਤਾ ਸੰਤਾਂ ਨੂੰ ਨਮਸਕਾਰ ਕਰਨ ਗਈ ਫਿਰ ਕਿਤੇ, ਜੀ ਉਹਨੂੰ ਇਸ ਗੱਲ ਦਾ ਨਹੀਂ ਸੀ ਪਤਾ। ਉਹ ਕਹਿੰਦੀ ਵੀ ਮਹਾਰਾਜ ਜੀ, ਵੀ ਮੁੰਡੇ ਇੱਦਾਂ ਕਿਤੇ ਬਾਹਰਲਾ ਕੰਮ ਬਣ ਜਾਵੇ ਜਾਂ ਕੋਈ ਚੰਗੇ ਤਾਂ ਰੋਟੀਆਂ ਤਾਂ ਇੰਨਾ ਵਧੀਆ ਗੁਜ਼ਾਰਾ ਨਹੀਂ। ਜੀ ਜੀ ਸੰਤ ਕਹਿੰਦੇ ਤੇਰੇ ਮੁੰਡੇ ਅਮਰੀਕਾ ਪਹੁੰਚਾ ਦਈਏ। ਜੀ ਉਹਦੇ ਇੱਕ ਮੁੰਡਾ ਅਮਰੀਕਾ ਨੂੰ ਗਿਆ, ਉਹ 6 ਮਹੀਨੇ ਦੇ ਅੰਦਰ ਦੂਆ ਚੱਲ ਗਿਆ। ਤਾਂ ਜਿਹੜਾ ਮੁੰਡਾ ਕਹਿੰਦਾ ਸੀਗਾ ਵੀ ਇੱਥੇ ਨੂੰ ਅੱਗ ਲਾਉਣੀ ਆ, ਉਹਦਾ ਫਿਰ ਉਹਨਾਂ ਜ਼ਮਾਨਿਆਂ 'ਚ ਚਿੱਠੀ ਜਾਂਦੀ ਹੁੰਦੀ ਸੀ, ਜੀ ਫੋਨ ਨਾ ਸੀ ਹੁੰਦਾ, ਉਹਦੀ ਚਿੱਠੀ ਚੱਲ ਗਈ। ਕਹਿੰਦਾ ਮਾਤਾ ਜਿਹੜੀ ਆ 2.25 ਖੇਤ ਆ ਜਿੱਥੇ ਸੰਤਾਂ ਨੇ ਛੰਨ ਪਾਈ ਆ, ਇਹ ਸੰਤਾਂ ਦੇ ਜੀ ਉਹ ਸੰਤਾਂ ਦਾ ਜਿੱਥੇ ਜਿੱਥੇ ਉਹਨੇ ਛੰਨ ਦੇ ਜਿਹੜਾ ਜਗ੍ਹਾ ਦਿੱਤੀ ਆ, ਉੱਥੇ ਹੁਣ ਮੰਦਿਰ ਬਣਿਆ। ਜੀ ਤਾਂ ਆਲੇ ਦੁਆਲੇ ਜਿਹੜੀ 2.25 ਖੇਤ ਕੋਈ ਇੰਨੀ ਥੋੜ੍ਹੀ ਨਹੀਂ ਹੁੰਦੀ ਜ਼ਮੀਨ, ਜੀ। ਉਹਨੇ ਦਾਨ 'ਚ ਦੇ ਦਿੱਤੀ ਸੀ ਵੇ। ਉਹ ਜਾਣੇ ਅੱਜ ਤੱਕ ਉਹ ਸਾਰਾ ਪਰਿਵਾਰ ਜਿਹੜਾ ਸੁਖੀ ਆ ਤੇ ਐਨ ਨੀਵੇਂ ਹੋ ਕੇ ਨਮਸਕਾਰਾਂ ਕਰਦੇ ਆ। ਉਹਨਾਂ ਨੇ ਇੱਕ ਖੇਤ ਕੀ ਦੋ ਕੀ, ਉਹਨੇ 10-12 ਖੇਤ ਹੋਰ ਮੁੱਲ ਲੈ ਲਿਆ ਕਿਤੇ। ਜਾਣੀ ਕਿ ਜੇ ਸੰਤਾਂ ਦੇ ਜਿਹੜੇ ਬੱਚਿਆਂ ਦੇ ਟੱਲ ਹੁੰਦੇ ਆ, ਉਹ ਕਹਿੰਦੇ ਬੇਬੇ ਜਾ, ਕਹਿੰਦੇ ਘਰ ਨੂੰ ਕੋਈ ਗੱਲ ਨਹੀਂ, ਦਿਨ ਬਦਲਣਾ, ਕਹਿੰਦਾ ਅਸੀਂ ਥੋੜ੍ਹਾ ਬਦਲਣੇ, ਪਰਮਾਤਮਾ ਬਦਲਣ ਵਾਲਾ ਹੋਈ ਆ। ਤੇ ਮੁੰਡਾ ਚੱਲ ਜੂ, ਮੁੰਡੇ ਦੇ ਬਾਹਰ ਗਿਆ, ਅੱਜ ਤੱਕ ਉਹ ਆਰਾਮ ਨਾਲ ਆਨੰਦ ਕਰਦੇ ਆ। ਤਾਂ ਨਾਲੇ ਉਹ ਗਾਂ ਦੇ ਗਾਂ ਹੁਣ ਤਾਂ ਲੋਕੀ ਆਮ ਹੀ ਜਿੱਦਾਂ ਕਹਿੰਦਾ ਵੀ ਮਾੜੇ 5 ਰੁਪਈਏ ਵੀ ਚੜਾਉਂਦਾ, ਤਾਂ ਉਹ ਗੱਲਾਂ ਕਹਿੰਦਾ ਮੈਨੂੰ ਕੋਈ ਚੀਜ਼ ਇੱਦਾਂ ਦੀ ਮਿਲ ਜਾਵੇ ਵੀ ਉਹਨੇ ਦੇਖ ਲਾ ਲਾਲਚ ਨਹੀਂ ਤੱਕਿਆ, ਆਪਣੇ ਕੋਲੋਂ ਫਿਰ ਸਾਨੂੰ ਜਗ੍ਹਾ ਛੱਡ ਦਿੱਤੀ। ਉਹ ਬਿਲਕੁਲ ਜੀ। ਉਹ ਸੰਤਾਂ ਦੀ ਦੇਖ ਲਾ ਇਹੋ ਜਿਹੀ ਮੌਜ ਆ ਉੱਥੇ ਜਗ੍ਹਾ ਦੇ ਵਿੱਚ, ਉੱਥੇ ਹੀ ਜਿੱਥੇ ਛੰਨ ਹੁੰਦੀ ਸੀ, ਸੰਤਾਂ ਦੀ ਕੁਟੀਆ ਪਾਈ ਹੁੰਦੀ ਸੀ, ਉਹ ਕੁਟੀਆ ਦੇ ਥਾਂ 'ਤੇ ਹੁਣ ਮੰਦਿਰ ਅੰਦਰਲਾ ਸਾਰਿਆ ਜਿੱਥੇ ਗੇਟ ਦੇ ਅੰਦਰ। ਬਿਲਕੁਲ, ਕਿਉਂਕਿ ਜਦੋਂ ਸੰਤ ਸਰਬਨਦਾਸ ਮਹਾਰਾਜ ਜੀ ਦੇ ਪਿਤਾ ਜੀ ਪਿੱਪਲ ਦਾਸ ਜੀ 1928 ਦੇ ਵਿੱਚ ਆਪਣੀ ਸਰੀਰਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਦੇ ਕਮਲੀਨ ਹੋ ਗਏ, ਉਸ ਤੋਂ ਬਾਅਦ ਸੰਤ ਸਰਬਨਦਾਸ ਮਹਾਰਾਜ ਜੀ ਨੇ, ਕਿਉਂਕਿ ਪਹਿਲਾਂ ਤੋਂ ਹੀ ਉਹ ਆਪਣੇ ਪਿਤਾ ਜੀ ਦੇ ਨਾਲ ਹੀ ਰਹਿੰਦੇ ਸਨ, ਪਰ ਜੋ ਵੀ ਉਹਨਾਂ ਨੇ ਕਮਾਈ ਕੀਤੀ, ਹਮੇਸ਼ਾ ਕੋਸ਼ਿਸ਼ ਹੀ ਇਹ ਹੀ ਕੀਤੀ ਕਿ ਮੈਂ ਆਪਣੀ ਕੌਮ ਨੂੰ ਕੋਈ ਚੰਗੀ ਵਿੱਦਿਆ ਦਵਾ ਸਕਾਂ, ਪ੍ਰਾਪਤ ਕਰਵਾ ਸਕਾਂ। ਇੱਥੇ ਹੀ ਬਸ ਨੇ ਗੁਰੂ ਰਵਿਦਾਸ ਮਹਾਰਾਜ ਦੀ ਜਿੰਨੀਆਂ ਵੀ ਫੋਟੋਆਂ ਘਰ ਘਰ ਤੱਕ ਅਗਰ ਪਹੁੰਚਾਈਆਂ ਹੈ, ਤਾਂ ਡੇਰਾ ਸੱਚਖੰਡ ਬੱਲਾ ਦੇ ਵਿੱਚੋਂ ਹੀ ਇਹ ਜਾਗਰਤੀ ਉੱਠੀ ਸੀ, ਤਾਂ ਕਿ ਸਾਡੇ ਗੁਰੂ ਦੀ ਬਾਣੀ ਜਿਹੜੀ ਹੈ ਹਰੇਕ ਦੇ ਘਰ ਦੇ ਵਿੱਚ ਨਿਵਾਸ ਕਰੇ, ਤਾਂ ਕਿ ਸਾਰੇ ਹੀ ਅਸੀਂ ਉਹਦਾ ਫਾਇਦਾ ਉਠਾ ਸਕੀਏ। ਅਗਰ ਹੋਰ ਮੈਂ ਗੱਲ ਕਰਾਂ ਤਾਂ ਸੰਤ ਸਰਬਨਦਾਸ ਮਹਾਰਾਜ ਜੀ ਨੇ ਬਹੁਤ ਹੀ, ਕਿਉਂਕਿ ਜਿਹੜੇ ਵੈਦੀ ਕੰਮ ਹੁੰਦੇ ਹਨ, ਕਿਉਂਕਿ ਪਹਿਲੀਆਂ ਦੇ ਵਿੱਚ ਇਹ ਨੁਸਖਾ ਹੀ ਹੁੰਦਾ ਸੀ, ਦੇਸੀ ਦਵਾਈਆਂ ਵੀ ਤਿਆਰ ਕਰਦੇ ਸਨ, ਕਿਉਂਕਿ ਪਹਿਲੀਆਂ ਦੇ ਵਿੱਚ ਕੋਈ ਇੰਨਾ ਧੜੱਲੇਦਾਰ ਤਾਂ ਨਹੀਂ ਸੀ ਹੁੰਦਾ, ਪਰ ਜਿਹਨੂੰ ਵੀ ਉਹ ਦਵਾਈ ਦਿੰਦੇ ਸਨ ਡੇਰੇ ਦੇ ਵਿੱਚੋਂ, ਤੇ ਉਹ ਉਸ ਨੂੰ ਆਰਾਮ ਆ ਜਾਂਦਾ ਸੀ। ਲੇਕਿਨ ਬਹੁਤ ਹੀ ਸੰਗਤ ਨੇ ਉੱਥੋਂ ਲਾਭ ਉਠਾਇਆ ਹੈ। ਔਰ ਅਗਰ ਹੁਣ ਉਸ ਜ਼ਮਾਨੇ ਦੀ ਗੱਲ ਤੇ ਅੱਜ ਦੀ ਗੱਲ ਨੂੰ ਤੁਸੀਂ ਤੁਲਨਾ ਕਰਕੇ ਦੇਖ ਲਓ, ਡੇਰਾ ਸੱਚਖੰਡ ਬੱਲਾ ਦੇ ਵਿੱਚ 11 ਜੂਨ ਵਾਲੇ ਦਿਨ ਬਹੁਤ ਸਾਰੀ ਸੰਗਤ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਈ ਸੀ।
ਔਰ ਸਾਡੇ ਵਿੱਚ ਵੀ ਇਹ ਮਨ ਦੇ ਵਿੱਚ ਚਾਹਤ ਭਾਵਨਾ ਉਹ ਲਗਨ ਉਹ ਪਿਆਰ ਜ਼ਰੂਰ ਉੱਭਰਨਾ ਚਾਹੀਦਾ ਹੈ ਕਿ ਜੇ ਅਸੀਂ ਉਸ ਗੁਰੂਆਂ ਕੋਲੋਂ ਜਾਂ ਮਹਾਪੁਰਸ਼ਾਂ ਕੋਲੋਂ ਨਾਮਦਾਨ ਲਿਆ ਹੈ ਤੇ ਆਪਣੀ ਨਿਮਰਤਾ ਜ਼ਰੂਰ ਦਿਖਾਈਏ ਔਰ ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਵੀ ਉਹਨਾਂ ਦੀ ਬਰਸੀ ਹੋਵੇ ਜਾਂ ਉਹਨਾਂ ਦਾ ਜਨਮ ਦਿਹਾੜਾ ਹੋਵੇ ਤਾਂ ਸਾਨੂੰ ਜ਼ਰੂਰ ਆਪਣੀ ਹਾਜ਼ਰੀ ਲਾਉਣੀ ਚਾਹੀਦੀ ਹੈ। ਹਾਂਜੀ ਸਰਬਰਾਮ ਜੀ। ਰਾਣਾ ਜੀ ਜਿੱਦਣ ਮਹਾਰਾਜ ਜੀ ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ, ਜਿੱਦਣ ਉਹਨੇ ਸਰੀਰ ਛੱਡਿਆ ਜੀ ਜੀ ਦਾਸ ਉਦੋਂ ਉੱਥੇ ਬੱਲੀ ਸੀ ਜੀ ਕਿਉਂਕਿ 3 ਦਿਨ ਮਹਾਰਾਜ ਦੀ ਜਿਹੜੀ ਦੇਹ ਸੀਗੀ ਉਦੋਂ ਹੁਣ ਤਾਂ ਸਿਸਟਮ ਵੀ ਬਦਲ ਗਿਆ, ਫਰਿੱਜਾਂ ਕਿਊਰਾ ਪੂਰਾ ਜੀ, ਬਣ ਜੀ। ਗਿਆ। ਉਦੋਂ ਮਹਾਰਾਜ ਨੂੰ ਬਰਫ਼ ਦੇ ਵਿੱਚ ਲਾ ਕੇ ਰੱਖਿਆ ਸੀ। ਅੱਛਾ ਜੀ ਜਦੋਂ ਤੀਜੇ ਦਿਨ ਸੰਸਕਾਰ ਕਰਨਾ ਸੀ ਤਾਂ ਇਦਾਂ ਪਿੱਛੇ ਬਿਠਾਲ ਕੇ ਇਦਾਂ ਢੋ ਲਾ ਕੇ ਜੀ ਤੇ ਉਦੋਂ ਕੋਈ ਹਾਲ ਹੂਲ ਬਾਹਲੇ ਨਹੀਂ ਸੀ, ਆਲਾ ਦੁਆਲਾ ਕੁਛ ਬਣਿਆ ਜਿੱਦਾਂ ਹੁਣ ਮਾਲਕ ਦੀ ਮੌਜ ਆ। ਫਿਰ ਉਹ ਜਿਹੜੀ ਉੱਥੇ ਜਗ੍ਹਾ ਆ ਸਾਰੀ ਜਿੱਦਾਂ ਬਗੀਚੀ ਅੰਗਰ ਬਗੀਚੀ ਸੀ, ਉਹਦੇ ਉੱਤੋਂ ਦੀ ਫਿਰ ਬਿਠਾਲ ਕੇ ਤੇ ਸੰਤਾਂ ਨੂੰ ਐਨਕ ਲਾ ਕੇ ਬਿਠਾਲਿਆ ਸੀ। ਤੁਸੀਂ ਕਹਿ ਨਹੀਂ ਸਕਦੇ ਸੀ ਵੀ ਇਹ ਸਵਾਸ ਛੱਡ ਗਏ। ਜੀ ਐਨ ਉਹਦੇ ਰੰਗ ਦਮਕਦਾ ਸੀ ਤੇ ਦਰਸ਼ਨ ਕੀਤੇ ਤੇ ਜਿਹੜੇ ਸੇਵਾਦਾਰ ਸੀ ਉਹ ਫਿਰ ਇਦਾਂ ਬਰਫ਼ ਲਈ ਫਿਰਦੇ ਸੀ ਚੱਕ ਕੇ ਤੇ ਬੀਬੀਆਂ ਇਦਾਂ ਬਰਫ਼ ਨੂੰ ਲਾ ਲਾ ਕੇ ਆਪਣੇ ਮੂੰਹ ਤੇ ਵੀ ਬੱਚਿਆਂ ਦੇ ਮੂੰਹ ਨੂੰ ਲਾਉਂਦੀਆਂ ਸੀ, ਜਾਣੇ ਉਹਨਾਂ ਦਾ ਪਿਆਰ ਸੀ। ਜੀ ਤੇ ਦਾਸ ਵੀ ਉਦੋਂ ਕੋਈ ਬੜੀ ਛੋਟੀ ਉਮਰ ਦਾ ਨਾ ਸੀ। ਮੈਂ ਇਦਾਂ ਬਰਫ਼ ਦਾ ਜਿੱਦਾਂ ਡਲਾ ਇੱਕ ਰੱਖਿਆ, ਉਹ ਖੁਰ ਗਿਆ ਹੱਥ ਤੇ। ਤਾਂ ਜਦੋਂ ਤੁਹਾਨੂੰ ਪਤਾ ਬਰਫ਼ ਦਾ ਡਲਾ ਹੌਲੀ ਹੌਲੀ ਖੁਰਦਾ, ਉਹਨੂੰ ਅੱਧਾ ਘੰਟਾ ਘੱਟੋ ਘੱਟ ਲੱਗਦਾ। ਉਹ ਦੇਖੋ ਮੇਰੇ ਹੱਥ ਇੱਕ ਮੈਂ ਹਲੇ ਰੱਖਿਆ, ਮੁੱਕਿਆ, ਦੂਜਾ ਉਹਨੂੰ ਮੈਨੂੰ ਕਹਿੰਦਾ ਹੋਰ ਲੈਣੀ, ਮੈਂ ਕਿਹਾ ਹੋਰ ਰੱਖ ਦੇ। ਤੇ ਦੇਖੋ ਵੀ ਘੰਟਾ ਡੇਢ ਘੰਟਾ ਮੇਰੇ ਹੱਥਾਂ ਤੇ ਬਰਫ਼ ਰਹੀ, ਜਿਹੜਾ ਮੇਰੇ ਹੱਥਾਂ ਨੂੰ ਕਾਹਤੇ ਇੰਨੀ ਠੰਡ ਨਹੀਂ ਲੱਗੀ। ਜੀ ਜਾਣੇ ਮੇਰੇ ਹੱਥਾਂ ਨੂੰ ਬਾਹਲੀ ਜਿੱਦਾਂ ਠੰਡ ਵੀ ਕਾਂਬਾ ਨਹੀਂ ਲੱਗਿਆ। ਤੇ ਇੱਕ ਤੂਤ ਹੀ ਆਈ, ਤੂਤ ਦੇ ਥੱਲੇ ਮੈਂ ਖੜਾ ਰਿਹਾ ਤੇ ਆਲੇ ਦੁਆਲੇ ਨੇ ਦੇਖਿਆ ਵੀ ਜਾਣੇ ਉਹ ਜਿਹੜਾ ਦਿਨ ਸੀ ਉਹ ਜਦੋਂ ਹੁਣ ਕਿਤੇ ਯਾਦ ਆਉਂਦਾ ਤਾਂ ਅੱਖਾਂ ਭਰ ਜਾਂਦੀਆਂ ਵੀ ਇਹ ਸੰਤਾਂ ਦੀ ਇੰਨੀ ਜਦੋਂ ਬੰਦਾ ਕੋਈ ਜਾਂ ਸੰਤ ਕੋਈ ਚੰਗਾ ਹੋਵੇ ਜਾਂ ਹੋਰ ਕੋਈ ਵੀ ਚੰਗਾ ਕੰਮ ਕਰਦਾ, ਜਦੋਂ ਫਿਰ ਬੰਦਾ ਚਲੇ ਜਾਂਦਾ ਦੁਨੀਆ ਤੋਂ, ਸਰੀਰ ਛੱਡ ਜਾਂਦਾ, ਮਗਰੋਂ ਯਾਦ ਕਰਦੇ। ਉਦੋਂ ਲੋਕੀ ਪਤਾ ਕੀ ਕੋਈ ਜਾਤਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ, ਕੋਈ ਫਲਾਨਾ ਸੰਤ ਆ। ਸੰਤਾਂ ਜਿਹੜੀ ਲੀਲਾ ਉਹਨਾਂ ਦੀ ਹੋਰ ਸੀ, ਕੋਈ ਉਹਨਾਂ ਨੂੰ ਨਾ ਕਿਸੇ ਜਾਤ ਨਾਲ ਪ੍ਰਪਾਤ ਨਾਲ ਸੀ। ਉਹਨਾਂ ਨੂੰ ਇਹ ਜਦੋਂ ਵੀ ਗੱਲਬਾਤ ਕਿਤੇ ਸੁਣਦੇ ਹੁੰਦੇ ਕਿਤੇ ਸਾਡੀ ਕੌਮ ਵੀ ਕਣਕ ਰੈਜਕ 'ਚ ਪੈ ਜੂ, ਜਾਣੇ ਉਹਨੇ ਤਾਹਾਂ ਮਾਰਨੀਆਂ ਕਈ ਵਾਰੀ ਬੱਚਿਆਂ ਦੇ ਕੱਪੜੇ ਪੱਟੇ ਦੇਖ ਕੇ। ਤੇ ਉਹ ਸੰਤਾਂ ਦੀ ਜਿਹੜੀ ਕੁਰਬਾਨੀ ਅੱਜ ਬਹੁਤ ਹੈ ਸਾਡੇ ਤੇ ਉਹ ਹੀ ਸਾਨੂੰ ਉਹਨਾਂ ਦੇ ਆਖਰੇ ਇਹ ਇੱਥੇ ਤੁਰੇ ਫਿਰਦੇ ਆ। ਜੇ ਤੁਸੀਂ ਹੁਣ ਵੀ ਜਾਂਦੇ ਇੰਡੀਆ ਨੂੰ ਜਾਂਦੇ ਆ ਤੇ ਉੱਥੇ ਜਾ ਕੇ ਉਹ ਜਗ੍ਹਾ 'ਤੇ ਵੀ ਨਮਸਕਾਰ ਕਰ ਲੈਂਦੇ ਨਾ, ਮੈਂ ਕਹਿੰਦਾ ਤੁਹਾਡੇ ਤਾਂ ਵੀ ਬੇੜਾ ਪਾਰ ਹੋ ਸਕਦਾ। ਕਿਉਂਕਿ ਸੰਤਾਂ ਦੀ ਉਹਨਾਂ ਦੀ ਨਿਗਾਹ ਜੇ ਤਾਂ ਕਹਿੰਦੇ ਹੁਣ ਮੈਂ ਪਿੰਡੋਂ ਕਈ ਵਾਰ ਤੁਰਦਾ ਹੁੰਦਾ ਤਾਂ ਮੈਨੂੰ ਕਈ ਵਾਰ ਜਿਹੜੇ ਨਾਲ ਵੀ ਜਾਂਦੇ ਆ ਕਈ ਵਾਰ ਕਹਿੰਦੇ ਬੱਲਾਂ ਨੂੰ ਚੱਲੇ ਸੰਤ ਮਿਲ ਵੀ ਪੈਣਗੇ। ਮੈਂ ਕਹਿੰਦਾ ਉਹਨਾਂ ਤੂੰ ਗੱਡੀ ਦੇ ਵਿੱਚ ਬਹਿ ਜਾ, ਸੰਤ ਕਿਤੇ ਨਹੀਂ ਗਏ, ਉੱਥੇ ਹੀ ਆ। ਜੀ ਜੀ ਕਿਉਂਕਿ ਸੰਤਾਂ ਨੂੰ ਜੇ ਤੁਸੀਂ ਦੂਰ ਸਮਝਦੇ ਆ, ਜੇ ਅੱਜ ਵੀ ਕਹਿੰਦੇ ਸੰਤ ਉਹ ਸਮਾ ਗਿਆ ਤੇ ਸੰਤ ਜੇ ਸਮਾ ਗਿਆ ਤਾਂ ਉਹਨਾਂ ਦਾ ਸਾਡੇ ਸਿਰ 'ਤੇ ਬੜਾ ਹੱਥ ਹਾਲੇ। ਉਹ ਸੰਤ ਕਦੇ ਮਰਦੇ ਨਹੀਂ, ਦੁਨੀਆ ਮਰ ਜਾਂਦੀ, ਸਾਧੂ ਸੰਤ ਕਦੇ ਨਾ ਮਰਦੇ। ਕਿਉਂਕਿ ਸੰਤ ਜਿਹੜੇ ਉਹ ਅਮਰ ਹੁੰਦੇ ਆ, ਉਹਨਾਂ ਦਾ ਫਿਰਕਾ ਉੱਥੇ ਹੈਗਾ। ਹੁਣ ਮਹਾਰਾਜ ਰਾਮਾਨੰਦ ਨੂੰ ਕਹਿੰਦੇ ਸ਼ਹੀਦੀ ਪਾਤੀ ਤੇ ਇੱਕ ਉਹਨਾਂ ਦੀ ਵੀ ਵਿੱਚ ਗੱਲ ਕਰਨ ਲੱਗਿਆ। ਜਿੱਦਣ ਮਹਾਰਾਜ ਰਾਮਾਨੰਦ ਸ਼ਹੀਦ ਹੋਇਆ ਤਾਂ ਮੈਂ ਬਹੁਤੇ ਬੰਦੇ ਜਨਾਨੀਆਂ ਬੀਬੀਆਂ ਨੇ ਦੱਸਿਆ ਵੀ ਜਦੋਂ ਸੰਤਾਂ ਦੇ ਅਟੈਕ ਹੋਇਆ ਕਦੇ ਹਨੇਰੀ ਨਹੀਂ ਸੀ, ਕੋਈ ਬੱਦਲ ਨਹੀਂ ਸੀ, ਕੁਛ ਨਹੀਂ ਸੀ। ਉੱਥੇ ਅੰਬਾਂ ਦੇ ਬੂਟੇ ਜਦੋਂ ਜਾਣਾ ਸੀ 3 ਦਿਨ ਪਹਿਲਾਂ ਬੀਬੀਆਂ ਨੂੰ ਕਹਿੰਦੇ ਸੀ ਵੀ ਅੰਬ ਹੁਣ ਤੋੜਨ ਵਾਲੇ ਹੋ ਗਏ, ਇਹਨਾਂ ਦਾ ਅਚਾਰ ਪਾਉਣਾ। ਜੀ ਜਦੋਂ ਸੰਤਾਂ ਦੇ ਗੋਲੇ ਕਹਿੰਦੇ ਪਤਾ ਨਹੀਂ ਕਿੱਥੋਂ ਹਨੇਰੀ ਇੰਨੀ ਆ ਗਈ, ਅੰਬ ਰਿਹਾ ਹੀ ਨਹੀਂ ਉੱਤੇ ਕੋਈ, ਸਭ ਅੰਬ ਝੜ ਗਿਆ ਸੀ। ਕਿਉਂਕਿ ਇਹ ਸੰਤਾਂ ਦੀ ਜਿਹੜੀਆਂ ਲੀਲਾ ਹੁੰਦੀਆਂ ਇਹ ਨਿਆਰੀਆਂ ਹੁੰਦੀਆਂ। ਸੰਤਾਂ ਗੁਰੂ ਮਹਾਰਾਜ ਨੇ ਇੰਨੇ ਜੇ ਸਾਨੂੰ ਇੰਨਾ ਕੁਝ ਦਿਖਾ ਦਿੱਤਾ, ਇੱਥੇ ਤੱਕ ਪਹੁੰਚਾ ਦਿੱਤਾ। ਜੇ ਹਾਲੇ ਵੀ ਕਹਿੰਦੇ ਸੰਤ ਉਹ ਕੌਣ ਸੀ ਤਾਂ ਕੌਣ, ਫੇਰ ਤਾਂ ਤੁਹਾਡੀਆਂ ਮਾੜੇ ਕਿਸਮਤਾਂ ਦੀਆਂ ਗੱਲਾਂ। ਸੰਤਾਂ ਦੇ ਜਿਹੜੇ ਲੜ ਲੱਗ ਜਾਂਦੇ ਆ ਉਹ ਤਾਂ ਜਿੱਦਾਂ ਪੱਥਰੀ ਪਾਣੇ ਦੇ ਤਰਦੀ ਇੱਦਾਂ ਤਰਦੇ ਫਿਰਦੇ ਆ। ਹੁਣ ਬਹੁਤ ਦੁਨੀਆ ਜਿਹੜੀ ਆ ਇੱਕ ਟੈਲੀਫੋਨ ਕੋਲ। ਹੈਲੋ ਜੀ। ਹੈਲੋ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਧਰਮਪਾਲ ਬੋਲਦਾ ਜੀ। ਹਾਂਜੀ ਸਨਿਆਰ ਜੀ, ਵੈਲਕਮ। ਤੁਹਾਡਾ ਕੀ ਕਹਿਣਾ ਚਾਹੁੰਦੇ? ਮੈਂ ਮਾਫੀ ਚਾਹੁੰਦੇ ਯਾਰ, ਦਰਸ਼ਨ ਕਰਨੇ ਤੁਹਾਡੇ ਮੈਂ ਕਿਹਾ ਹੋ ਨਹੀਂ ਸਕੇ, ਜੀ ਮਾਫੀ ਮੰਗਣਾ ਸਾਰੀ ਕਿਤੇ ਟੀਮ ਤੋਂ। ਜੀ ਹੈਲੋ ਜੀ ਜੀ ਮੈਂ ਸੁਣਿਆ ਜੀ। ਆਪਣੇ ਜਿਸ ਤਰ੍ਹਾਂ ਪੰਜਵੀਂ ਪਾਤਸ਼ਾਹ ਮਹਾਰਾਜ ਜੀ ਸੰਤਾਂ ਦੇ ਪ੍ਰਤੀ ਉਹਨੇ ਬਹੁਤ ਸੁੰਦਰ ਉਪਦੇਸ਼ ਦਿੱਤਾ। ਜੀ ਗੁਰੂ ਸਾਹਿਬ ਕਹਿੰਦੇ ਵੀ ਜਿਸ ਤਰ੍ਹਾਂ ਕਿਰਨ ਹੈ ਨਾ ਸੂਰਜ ਵਿੱਚ ਮਿਲ ਕੇ ਉਹਦਾ ਰੂਪ ਹੋ ਗਈ ਜੀ ਤੇ ਪੂਰਨ ਨਾਲ ਮਿਲ ਕੇ ਪੂਰਨੀ ਹੋ ਗਈ। ਇਹ ਰੂਹ ਵੀ ਜਿਹੜੀ ਸੰਤਾਂ ਦੀ ਰਸਾਈ ਅਖੀਰ ਦੀ ਮਕਾਮ ਹੈ ਕਿ ਬਿਲਕੁਲ ਜੀ। ਇਹ ਵੀ ਉਹਨਾਂ ਦੇ ਵਿੱਚ ਮਿਲ ਕੇ ਪਰਮਾਤਮਾ, ਕਿਉਂਕਿ ਪਰਮਾਤਮਾ ਦੇ ਵਿੱਚ ਤੇ ਸੰਤਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ। ਜੀ ਸਤਿਗੁਰੂ ਦਾਸ ਮਹਾਰਾਜ ਨੇ ਆਪਣੇ ਸ਼ਬਦ ਦੇ ਵਿੱਚ ਬੜਾ ਠੋਕ ਵਜਾ ਕੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਗੁਰੂ ਸਾਹਿਬ ਕਹਿੰਦੇ ਹਰ ਗੁਰ ਸਾਧ ਸਮਾਨ ਚਿਤ ਨਿਤ ਆਗਮ ਤਤ ਮੂਲ, ਜੀ ਇਹਦੇ ਵਿੱਚ ਅੰਤਰ ਜਿਨ ਪੜੋ ਕਦਵ ਦਸੈਨ ਕੋ। ਜੀ
ਐਡਾ ਵੱਡਾ ਉਪਦੇਸ਼ ਕਹਿੰਦੇ ਦੇਖੀ ਕਿਤੇ ਮਹਾਂਪੁਰਖਾਂ ਦੇ ਵਿੱਚ ਸਾਧੂ ਸੰਤ ਮਹਾਤਮਾ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭਿੰਨ ਭੇਦ ਨਾ ਸਮਝ ਲੈ। ਜੀ ਜੀ ਗੁਰੂ ਸਾਹਿਬ ਕਹਿੰਦੇ ਵੀ ਜਿਸ ਤਰ੍ਹਾਂ ਜਲ ਮੈਂ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ। ਜੀ। ਪੰਜਵੀਂ ਪਾਤਸ਼ਾਹ ਮਹਾਰਾਜ ਜੀ ਦੇਖੋ ਆਪਣੀ ਬਾਣੀ ਵਿੱਚ ਕੀ ਉਪਦੇਸ਼ ਦਿੰਦੇ ਆ, ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੀ ਕਿਉਂਕਿ ਇਹ ਵੱਖਰੀ ਗੱਲ ਹੈ ਜੀ, ਕਿਸੇ ਨੇ ਨਾ ਸਮਝਣਾ, ਕਿਉਂਕਿ ਦੇਹਧਾਰੀਆਂ ਦੇ ਬਿਨਾਂ ਸਾਡੀ ਗੱਲ ਨਹੀਂ ਬਣਨੀ। ਜੀ ਜੇ ਆਪਣੇ ਆਪ ਉਸ ਪਰਮ ਪਿਤਾ ਪਰਮਾਤਮਾ ਨਾਲ ਮਿਲਾਪ ਕਰਦੇ ਹੁੰਦੇ ਤਾਂ ਕਿਹਦਾ ਦਿਲ ਕਰਦਾ ਇੱਥੇ ਦੁਖੀ ਦੁਨੀਆ ਦੇ ਵਿੱਚੋਂ ਨਿਕਲਣੇ। ਬਿਲਕੁਲ ਜੀ। ਦਾ ਉਪਦੇਸ਼ ਹੈ, ਗੁਰੂ ਸਾਹਿਬ ਕਹਿੰਦੇ ਆਪਣਾ ਲਿਆ ਜੇ ਮਿਲਣ ਵਿਛੜ ਕਿਉ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਰਨ। ਇਸ ਕਰਕੇ ਸੰਤਾਂ ਨੇ ਸਾਨੂੰ ਦੇਖੋ ਜੀ, ਇਹ ਰੋਜ਼ ਸਾਨੂੰ ਤਾਂ ਇਹਨਾਂ ਨੂੰ ਯਾਦ ਕਰਨਾ ਚਾਹੀਦਾ। ਇਹ ਨਹੀਂ ਵੀ ਜਾਣ ਕੇ ਸਾਲ ਬਾਅਦ ਮਹਾਂਪੁਰਸ਼ਾਂ ਦਾ ਜੋ ਸਾਡੇ ਤੇ ਜਿੱਦਾਂ ਪਰਉਪਕਾਰ ਆ ਹੋਰ ਕਿਸੇ ਦਾ ਨਹੀਂ ਜੀ ਇਹ ਸਾਨੂੰ ਗਿਆਨ ਦਿੰਦੇ ਆ, ਤੇ ਗਿਆਨ ਦੇ ਕੇ ਦੇਖ ਲਓ ਸਾਨੂੰ ਇਸ ਭਾਸ਼ਾ ਦੀ ਦੁਨੀਆ ਚੋਂ ਕੱਢਦੇ ਆ। ਜੀ ਜੈ ਗੁਰਦੇਵ ਜੀ ਸਾਰਿਆਂ ਨੂੰ। ਧੰਨ ਗੁਰਦੇਵ ਜੀ। ਇਹ ਸੰਤ ਹਰਪਾਲ ਸਨਿਆਰ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਆਉਣਾ ਸੀ ਇਹਨਾਂ ਨੇ ਕਈ ਵਾਰ ਫੈਮਿਲੀ ਦੇ ਵਿੱਚ ਮਜਬੂਰੀ ਹੋ ਜਾਂਦੀ ਹੈ। ਗੱਲ ਕਰ ਰਹੇ ਸੀ ਸੰਤ ਸਰਬਨਦਾਸ ਮਹਾਰਾਜ ਜੀ। ਸੰਤ ਸਰਬਨਦਾਸ ਮਹਾਰਾਜ ਜੀ ਨੇ ਹਮੇਸ਼ਾ ਹੀ ਇਹੋ ਹੀ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਲਤਾੜੀ ਕੌਮ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ ਹੈ। ਬਹੁਤ ਸਾਰੇ ਉਪਰਾਲੇ ਕੀਤੇ, ਹਸਪੀਟਲ ਬਣਾਏ, ਔਰ ਤੁਸੀਂ ਦੇਖਿਆ ਹੋਣਾ ਕਿ ਪਲਾਈ ਰੋਡ ਫਗਵਾੜਾ ਵਿਖੇ ਵੀ ਜੋ ਹਸਪੀਟਲ ਚੱਲਦਾ ਉਹ ਵੀ ਗੁਰੂਆਂ ਦੇ ਨਾਂ 'ਤੇ ਹੀ ਚੱਲਦਾ ਹੈ। ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਆਪਾਂ ਜ਼ਰੂਰ ਜਿੰਨੀ ਵੀ ਸੇਵਾ ਕਰ ਸਕੀਏ ਉਨੀ ਥੋੜ੍ਹੀ ਹੈ। ਜ਼ਰੂਰ ਆਪਣੀ ਕਿਰਤ ਕਮਾਈ ਵਿੱਚੋਂ ਤਿਲ ਫੁੱਲ ਭੇਟ ਕਰਨਾ ਚਾਹੀਦਾ ਹੈ। ਹਾਂਜੀ ਸਰਬਰਾਮ ਜੀ। ਦੇਖੋ ਜੀ, ਇਹ ਤਾਂ ਬੰਦੇ ਦਾਨੀ ਬਹੁਤ ਦੁਨੀਆ ਦੇ ਵਿੱਚ ਹੋਏ ਆ ਜੀ ਪੈਸੇ ਵਾਲੇ ਬਹੁਤ ਹੋਏ ਆ। ਜੀ ਦਾਨ ਉਹੀ ਕਰ ਸਕਦਾ ਜਿਹਦੇ ਕੋਲ ਪਰਮਾਤਮਾ ਦੀ ਮੌਜ ਹੋਵੇ। ਜੀ ਕਿ ਤਾਂ ਬੰਦੇ ਇਦਾਂ ਦੇ ਆ ਰਾਖਸ਼ੀ ਦਾ ਪੈਸੇ ਦਾ ਉਹਨੂੰ ਪਤਾ ਹੀ ਨਹੀਂ ਕਿੰਨਾ। ਜੀ। ਪਰ ਜੇ ਇੱਧਰ ਨੂੰ ਕਿਸੇ ਪਾਸੇ ਨੂੰ ਕਹੀਏ ਕੋਈ ਹਸਪੀਟਲ ਨੂੰ ਜਾ ਕੇ ਸੰਤਾਂ ਨੂੰ ਨਮਸਕਾਰ ਕਰਨੀ ਪੈ ਜਾਏ ਤੁਰਾਂ ਨੂੰ ਹੋਈ ਜਿੱਦਾਂ ਤਾਈਆ ਜਿਹਾ ਚੜ੍ਹ ਜਾਂਦਾ। ਜੀ ਕਿਉਂਕਿ ਉਹ ਵੀ ਹੁਣ ਬੰਦਾ ਹੀ ਆ, ਜਿੱਦਾਂ ਲਾ ਲਓ ਬਈ ਸਵਰਨ ਰਾਮ ਡਵੇਲੀ, ਜੀ ਜੀ ਉਹਨਾਂ ਨੂੰ ਵੀ ਕੋਈ ਪਰਮਾਤਮਾ ਨੇ ਸੂਝ ਦਿੱਤੀ। ਉਹਨੇ ਜਿਹੜਾ ਪਲਾਹੀ ਰੋਡ ਤੇ 10 ਹਸਪੀਟਲ ਦੇ ਵੀ ਦਰਸ਼ਨ ਕਰਿਆ। ਜੀ ਜੀ ਉਹਨਾਂ ਦੇ ਘਰ ਵੀ ਬਣ ਗਿਆ, ਹਸਪੀਟਲ ਦੇ ਦਰਸ਼ਨ ਕਰ ਜਾਂਦੇ। ਜਾਣੀ ਉਹ ਜਿਹੜੇ ਆਪਣੀ ਜਿਹੜੀ ਕੌਮ ਦੇ ਉੱਤੇ ਭਲਾਈ ਕੀਤੀ ਆ, ਇਹ ਵੀ ਮਹਾਰਾਜ ਦਾ ਸੱਚੇ ਪਾਤਸ਼ਾਹ ਦੀ ਮੌਜ ਆ। ਜੀ ਕਿਉਂਕਿ ਜਿੰਨਾ ਚਿਰ ਉਹਦੀ ਨਿਗਾਹ ਸਵੱਲੀ ਨਹੀਂ ਹੁੰਦੀ ਉਹਨਾਂ ਚਿਰ ਕੰਦਾ ਕੋਈ ਪੁੰਨ ਦਾਨ ਜਾਂ ਕਿਸੇ ਪਾਸੇ ਨੂੰ ਲੱਗਦਾ ਨਹੀਂ। ਬਿਲਕੁਲ ਜੀ। ਬਾਕੀ ਦੇਖੋ ਹੁਣ ਸੰਤਾਂ ਨੇ ਵੀ ਫਗਵਾੜੇ ਹਰੀਆਬਾਦ ਜੀ ਉੱਥੇ ਸਕੂਲ ਖੋਲ੍ਹਿਆ। ਫਿਰ ਹੁਣ ਅੱਖਾਂ ਦਾ ਦੇਖੋ ਹਸਪੀਟਲ ਆ ਨਾਲ ਨਹਿਰ ਦੇ ਕੰਢੇ ਦੇ ਉੱਤੇ। ਜੀ ਫਿਰ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਨਾਲ ਤੇ ਕਠਾਰ ਹਸਪੀਟਲ ਆ। ਜੀ ਇਹੋ ਜਿਹੀਆਂ ਸੰਤਾਂ ਨੇ ਹੁਣ ਉੱਥੇ ਜਿਹੜਾ ਇਲਾਜ ਸਾਰਾ ਗਰੀਬਾਂ ਦਾ ਬਹੁਤ ਘੱਟ ਜਿਹੜਾ ਪੈਸਾ ਲੱਗਦਾ ਤੇ ਫ੍ਰੀ ਅੰਗਰ ਉੱਥੇ ਹੋਈ ਜਾਂਦਾ। ਜੀ ਕਿਉਂਕਿ ਇਹ ਸੰਤਾਂ ਨੂੰ ਇੰਨੀ ਨਹੀਂ ਸੀ ਲੋੜ ਪਈ ਅਸੀਂ ਇੰਨਾ ਕਰੀਏ। ਸੰਤ ਵੀ ਅਗਲੇ ਮਹੱਲ ਬਣਾ ਸਕਦੇ ਸੀ। ਬਿਲਕੁਲ ਜੀ। ਉਹਨੇ ਆਪਣਾ ਨਹੀਂ ਆਪਣੀ ਸਾਡੀ ਕੌਮ ਦੇ ਉੱਤੇ ਕੁਰਬਾਨੀ ਕੀਤੀ ਆ। ਹੁਣ ਇੱਥੇ ਤਾਂ ਲੋਕੀ ਤਾਂ ਬਖਸ਼ਦੇ ਨਹੀਂ ਸੰਤਾਂ ਨੂੰ, ਸਾਰਿਆਂ ਨੂੰ ਕੋਈ ਕਹਿੰਦੇ ਇੱਦਾਂ ਹੋ ਗਈ ਇੱਦਾਂ। ਇੱਥੋਂ ਕਿਸੇ ਮਹਾਰਾਜ ਰਾਮਾਨੰਦ ਜੀ ਆਏ ਅਤੇ ਮਹਾਰਾਜ ਨੰਜਿਆਂ ਦਾ ਅਤੇ ਕਿਸੇ ਨੇ ਹਵਾ ਕੱਢੀ ਕਿਤੇ ਮੂੰਹ ਦੇ ਵਿੱਚੋਂ ਮਹਾਰਾਜ ਦੇ ਕੰਨੀ ਪੈ ਗਏ ਵੀ ਇੱਥੇ ਇੰਗਲੈਂਡ ਕੈਨੇਡਾ ਅਮਰੀਕਾ ਤੋਂ ਪੈਸੇ ਇਕੱਠੇ ਕਰਕੇ ਸੰਤ ਲੈ ਜਾਂਦੇ। ਅਤੇ ਦਾਸ ਬਰਗਮ ਪੈਰੀਵਾਰ ਜਿਹੜਾ ਹਾਲ ਆ ਰੋਲ ਸਵੀਟ ਉੱਥੇ ਪ੍ਰੋਗਰਾਮ ਸੀ। ਮਹਾਰਾਜ ਰਾਮਾਨੰਦ ਨੇ ਤਾਂ ਬਾਂਹ ਕੱਢ ਕੇ ਕਿਹਾ ਸੀ, ਕਹਿੰਦੇ ਇਹ ਜਿਹੜੇ ਸਾਡੇ ਹਸਪਤਾਲ ਆ ਜਾਂ ਤਾਂ ਇਹ ਇੰਗਲੈਂਡ ਅਮਰੀਕਾ ਕੈਨੇਡਾ ਦੇ ਪੈਸਿਆਂ ਨਾਲ ਨਹੀਂ ਚੱਲਦੇ। ਇਹ ਸ਼੍ਰੀ ਗੁਰਦਾਸ ਮਹਾਰਾਜ ਦੀ ਮੌਜ ਆ। ਜੀ ਸਾਨੂੰ ਕੋਈ ਚੜਾਵਾ ਦੇਣ ਦੀ ਤੁਹਾਨੂੰ ਲੋੜ ਨਹੀਂ। ਜੇ ਉਹਦੀ ਮੌਜ ਹੋਊਗੀ ਉਹ ਚਲਾਈ ਜਾਊ। ਕਿਉਂਕਿ ਇੰਨੀ ਸ਼ਰਮ ਦੀ ਜਿਹੜੀ ਗੱਲ ਆ, ਲੋਕ ਆਪਣੇ 5 ਪਾਉਂਡ ਦੇ ਕੇ ਵੀ ਗੱਲ ਸੁਣਾਉਂਦੇ। ਬਿਲਕੁਲ ਸਰਬਰਾਮ ਜੀ। ਕਿਉਂਕਿ ਬ੍ਰੇਕ ਦਾ ਵਕਫਾ ਹੋ ਰਿਹਾ ਹੈ, ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਹੀ ਤੁਹਾਡੇ ਰੂਬਰੂ ਹੋਵਾਂਗੇ। ਫਿਰ ਮਿਲਦੇ ਹਾਂ। ਜੈ ਗੁਰਦੇਵ। ਧੰਨ ਗੁਰਦੇਵ ਜੀ।
ਧੰਨ ਗੁਰਦੇਵ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ 108 ਸੰਤ ਸਰਬਨਦਾਸ ਮਹਾਰਾਜ ਜੀ ਜੋ ਬ੍ਰਹਮਲੀਨ ਅੱਜ ਉਹਨਾਂ ਦੀ ਬਰਸੀ ਹੈ। ਆਪਾਂ ਸਾਰਿਆਂ ਨੇ ਹੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਔਰ ਬਹੁਤ ਸਾਰੀ ਸੰਗਤ ਨੇ ਫੋਨ ਕਰਕੇ ਵੀ ਆਪਣੇ ਨਾਂ ਲਿਖਾਏ ਹਨ। ਸਾਡੇ ਹਰਜੀਤ ਚੋਪੜਾ ਪਰਿਵਾਰ ਜੀ ਜੋ ਬਹੁਤ ਦਾਨੀ ਪਰਿਵਾਰ ਹੈ, ਉਹਨਾਂ ਨੇ ਵੀ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸਾਡੇ KL ਚਾਂਦ ਜੀ, ਰੂਪਲਾਲ ਬੰਗੜ ਜੀ, ਦੇਸਰਾਜ ਮਹਿਮੀ ਜੀ, ਜੋਗਿੰਦਰ ਕਲੇਰ ਜੀ, ਕਸ਼ਮੀਰੀ ਲਾਲ ਮਹੇ ਜੀ, ਰਾਜ ਮਾਨਕ ਜੀ, ਹਰੀਪਾਲ ਮਿਠਾਪੁਰੀਆ ਜੀ, ਰੂਬਨ ਮੜਾਰ ਜੀ, ਸਵੀਟਨ ਸਾਪਲਾ ਜੀ, ਧਰਮਪਾਲ ਸਨਿਆਰ ਜੀ, ਕਸਤੂਰੀ ਲਾਲ ਕਲੇਰ ਜੀ, ਵਿਜੇ ਮਾਨ ਜੀ, ਸਤਪਾਲ ਸਰੋਏ ਜੀ, ਸੁਨੀਲ ਮਹੇ ਜੀ, ਜਗਤ ਰਾਮ ਦਈਆ ਜੀ, ਨਾਮਦੇਵ ਬਾਗਲਾ ਜੀ, ਜੱਸੀ ਕਿਚਨ ਵਾਲੇ ਜੀ, ਸਾਡੇ ਮੰਤਰੀ ਸਾਹਿਬ ਜੀ, ਪ੍ਰੀਤਮ ਕੌਰ ਜੀ, ਰਣਵੀਰ ਕੌਰ ਜੀ, ਬਲਜਿੰਦਰ ਕੌਰ ਜੀ, ਦਾਸ ਦੇ ਪਰਿਵਾਰ ਜੀ, ਜਿੰਦਰ ਸ਼ੀਮਾਰ ਜੀ, ਹਰਬੰਸੋ ਬੰਗੜ ਜੀ, ਲక్ష్మణ ਬੰਗੜ ਜੀ, ਰੂਪਲਾਲ ਜੰਡਿਆਲਵੀ ਜੀ, ਜੋਗਿੰਦਰ ਮਹੇ ਜੀ, ਤਰਸੇਮ ਚੰਬਾ ਜੀ, ਬੀਬੀ ਬਾਂਸੋ ਜੀ, ਪੇਸਰੋ ਜੀ, ਭਜਨੋ ਜੀ, ਅੰਮ੍ਰਿਤਵਾਣੀ ਦੀ ਬੀਬੀ, ਸਾਰੀ ਸੰਗਤ ਬੈਡਫੋਰਡ ਵਾਲੀ ਵੱਲੋਂ ਜੀ, ਹੋਰ ਵੀ ਬਹੁਤ ਸਾਰੀ ਸੰਗਤ ਨੇ। ਸਾਡੇ ਅਮਰਜੀਤ ਮਲ ਜੀ, ਮਨਜੀਤ ਕੌਰ ਸਤਪਾਲ ਜੀ, ਰੂਪਲਾਲ ਮਲ ਜੀ, ਹਰਦਿਆਲ ਬਾਗਾ ਜੀ, ਚਮਨ ਮੜਾਰ ਜੀ, ਗਰੀਸ ਦੀ ਸੰਗਤ ਵੱਲੋਂ ਵੀ ਫੋਨ ਕਰਕੇ ਉਹਨਾਂ ਨੇ ਵੀ, ਸਾਡੇ ਚੌਹਾਨ ਫੈਮਿਲੀ ਜੀ, ਹੋਰ ਵੀ ਜੋਗਿੰਦਰ ਸੋਪਾਲ ਜੀ, ਬਹੁਤ ਸਾਰੀਆਂ ਸੰਗਤਾਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਕਿਉਂਕਿ ਮਾਲਕ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਔਰ ਸਾਰੇ ਹੀ ਜਿੰਨੇ ਵੀ ਮਹਾਂਪੁਰਸ਼ ਹੋਏ ਹਨ, ਸਾਰੇ ਹੀ ਆਪਣੀ ਕਿਰਤ ਕਮਾਈ ਕਰਕੇ ਸੰਗਤ 'ਤੇ ਆਸ਼ੀਰਵਾਦ ਰੱਖਣ ਤਾਂ ਕਿ ਆਉਣ ਵਾਲਾ ਜਿਹੜਾ ਵਕਤ ਹੈ ਉਹ ਵਧੀਆ ਆ ਸਕੇ। ਹਾਂਜੀ ਸਰਬਰਾਮ ਜੀ। ਦੇਖੋ ਜੀ ਰਾਣਾ ਜੀ, ਸੰਤਾਂ ਦੀਆਂ ਜਿੰਨੀਆਂ ਵੀ ਗੱਲਾਂ ਮੈਂ ਪਹਿਲਾਂ ਗਾਇਟਾਂ ਕਰ ਲਈਏ ਥੋੜ੍ਹੀਆਂ ਜੀ, ਕਿਉਂਕਿ ਪਹਿਲਾਂ ਇੱਥੇ ਜਿਹੜੀ ਕੁਟੀਆ ਸੀ ਇਹ ਸੰਤਾਂ ਦਾ ਜਿਹਦਾ ਥੋੜ੍ਹਾ ਬੜਾ ਚੜਾਵਾ ਚੜ੍ਹਦਾ ਸੀ ਉਦੋਂ, ਅਤੇ ਉੱਥੇ ਜਿਹੜਾ ਪਿੰਡ ਦੇ ਵਿੱਚ ਬੱਲੀ ਗੁਰਦੁਆਰਾ ਉਹਦੇ ਉੱਤੇ ਗੁੰਮਟ ਸੀ ਜੀ ਜੀ। ਉਹ ਸੇਵਾਦਾਰਾਂ ਨੇ ਕਿਹਾ ਮਹਾਰਾਜ ਇੱਥੇ ਕੋਈ ਥੱਲੇ ਪੈਸੇ ਰੱਖੇ, ਕੋਈ ਚੋਰੀ ਹੋ ਜਾਣਗੇ ਫਲਾਣੇ, ਜੀ ਉਹ ਉੱਥੇ ਰੱਖਦੇ ਹੁੰਦੇ ਸੀ ਪੈਸੇ। ਸੇਵਾਦਾਰ ਹੀ ਕਹਿੰਦੇ ਹੁੰਦੇ ਸੀ, ਮਹਾਰਾਜ ਤਾਂ ਕਦੀ ਨਿਗਾਹ ਨਹੀਂ ਕੀਤੀ ਪੈਸਿਆਂ ਜੀ ਜੀ ਜੀ। ਉੱਥੇ ਰੱਖੇ ਰੁਪਈਆ 70-80 ਹਜ਼ਾਰ ਕਿਤੇ ਸੀਗਾ ਉਹਨਾਂ ਜ਼ਮਾਨਿਆਂ 'ਚ। ਮੈਂ ਉਦੋਂ ਇੰਡੀਆ ਸੀ, ਇੰਨੀ ਨਹੀਂ ਮੇਰੀ ਉਮਰ ਜ਼ਿਆਦਾ ਹੋਈ, ਪਰ ਮੈਨੂੰ ਪਤਾ ਸਟੋਰੀ ਦਾ। ਉਹ ਫਿਰ ਮਹਾਰਾਜ ਨੇ ਕਿਤੇ ਜੀਪ ਕਢਾ ਲਈ ਜੀ, ਜੀਪ ਕਢਾਈ ਮਹਾਰਾਜ ਨੇ ਨਹੀਂ ਸੀ ਅਕਲੀ ਕਢਾਈ ਸੀ, ਉਹ ਇਹਨਾਂ ਦਾ ਰਿਸ਼ਤੇਦਾਰ ਸੀ ਕੋਈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੁਣ ਕੌਣ ਸੀ। ਜੀ ਜੀ। ਉਹ ਪੈਸੇ ਉਹਨੇ ਉੱਥੋਂ ਕਿਤੇ ਰੱਖਦੇ ਦੇਖ ਲਏ। ਅੱਛਾ ਜੀ। ਉਹਨੇ ਪੈਸੇ ਚੁਰਾ ਲਏ ਜੀ। ਉਹਨੇ ਪੈਸੇ ਚੋਰੀ ਕਰਕੇ ਉਹਨੇ ਜੀਪ ਕਢਾਈ ਸੀ ਜੀ। ਸੰਤਾਂ ਨੇ ਜੀਪ ਨਹੀਂ ਸੀ ਕਢਾਈ। ਤਾਂ ਉਹ ਜਦੋਂ ਫਿਰ ਮੁੜ ਕੇ ਰੌਲਾ ਰੱਪਾ ਪੈਂਦਾ ਕਈ ਹੋਰ ਸੰਤ ਕਹਿ ਰਹਿਣ ਦਿਓ ਜੀ, ਜੋ ਹੁਣ ਹੋ ਗਿਆ ਮਾਲਕ ਦੀ ਮੌਜ, ਜਿਹਨੂੰ ਲੋੜ ਸੀ ਲੈ ਗਿਆ, ਜਿਹਨੂੰ ਲੋੜ ਸੀ ਲੈ ਗਿਆ। ਜੀ ਜੀ। ਪਰ ਜਿਹੜੇ ਵੇ ਮੇਰੇ ਵਰਗੇ ਵਿੱਚ ਹੋ ਜਾਂਦੇ ਮਾੜਾ ਜਿਹਾ ਮੁਖਤਿਆਰ, ਉਹ ਕਹਿੰਦੇ ਨਹੀਂ ਮਹਾਰਾਜ ਪੁਲਿਸ ਸੱਦਣੀ, ਉਹਨਾਂ ਦੇ ਕਹਿਣ ਤੋਂ ਬਿਨਾਂ ਸੰਤਾਂ ਦੇ ਪੁਲਿਸ ਸੱਦ ਲਈ। ਜੀ। ਹੁਣ ਠਾਣੇਦਾਰ ਜਿਹੜੇ ਹੁੰਦੇ ਆ ਜਾਂ ਕੋਈ ਵੀ ਬੰਦਾ ਹੋਵੇ ਉਹਨੇ ਆਪਣੀ ਡਿਊਟੀ ਕਰਨੀ ਹੈ। ਬਿਲਕੁਲ ਜੀ। ਉਹਨੂੰ ਕੀ ਕੋਈ ਸੰਤ ਹੋਵੇ ਤਾਂ ਭਾਵੇਂ ਚਾਹੇ ਚੋਰ, ਉਹ ਕਹਿੰਦਾ ਮਹਾਰਾਜ ਕਹਿੰਦਾ ਪੈਸੇ ਤੁਹਾਨੂੰ ਪਤਾ ਹੋਣਾ ਕਿਹਨੇ ਚੋਰੀ ਕੀਤੇ। ਜੀ। ਕਹਿੰਦੇ ਮਹਾਰਾਜ ਜੇ ਚੋਰੀ ਹੋ ਗਿਆ ਤਾਂ ਕਹਿੰਦੇ ਵੀ ਤੈਨੂੰ ਤਾਂ ਅਸੀਂ ਮੈਂ ਤਾਂ ਸੱਦਿਆ ਹੀ ਨਹੀਂ। ਉਹ ਕਹਿੰਦੇ ਤੁਹਾਡੇ ਸੇਵਾਦਾਰਾਂ ਦਾ ਸਾਨੂੰ ਸੁਨੇਹਾ ਗਿਆ ਤਾਂ ਹੀ ਅਸੀਂ ਆਏ। ਜੀ। ਤਾਂ ਠੰਡਾ ਥੋੜਾ ਆਲੂ ਸੀ, ਕਹਿੰਦਾ ਸਾਧ ਨੂੰ ਕਹਿੰਦਾ ਵਿੱਚ ਗੱਡੀ 'ਤੇ ਬਿਠਾ ਲਓ, ਜੀ। ਇਹਨੂੰ ਥਾਣੇ ਪਤਾ ਲੱਗੂ ਕੀ ਬਣਦਾ। ਉਹ ਫੜਨ ਦੀ ਲੋੜ ਹੀ ਨਹੀਂ ਪਈ, ਹਾਲੇ ਉਹਨੇ ਹੱਥ ਨਹੀਂ ਲਾਇਆ। ਸੰਤ ਗੱਡੀ ਵਿੱਚ ਪਹਿਲਾਂ ਬੈਠੇ ਦਿਸੇ ਉਹਨਾਂ ਨੂੰ। ਜੀ। ਜਦ ਪਹਿਲਾਂ ਬੈਠੇ ਦਿਸੇ ਤੇ ਜਿਹੜਾ ਡਰਾਈਵਰ ਸੀ, ਡਰਾਈਵਰ ਨੂੰ ਕਹਿੰਦੇ ਲੈ ਲਾ। ਹੈਲੋ ਜੀ। ਧੰਨ ਗੁਰਦੇਵ ਜੀ। ਕੌਣ ਤੇ ਕਿੱਥੋਂ ਬੋਲ ਰਹੇ ਜੀ? ਜੀ। ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਜੀ ਜੀ ਜੀ। ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਸਰਬਦਾ ਜੀ। ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ। ਮੇਰੇ ਹਸਬੰਡ ਵੱਲੋਂ ਕੁਲਵਿੰਦਰ ਸਿੰਘ, ਸਾਰੇ ਪਰਿਵਾਰ ਵੱਲੋਂ ਸੰਤਾਂ ਨੂੰ ਬਹੁਤ ਬਹੁਤ ਨਮਸਕਾਰ ਸਾਰਿਆਂ ਨੂੰ। ਜੈ ਗੁਰਦੇਵ। ਧੰਨ ਗੁਰਦੇਵ ਜੀ। ਥੈਂਕ ਯੂ ਜੀ। ਇਹ ਸਨ ਲੈਸਟਰ ਤੋਂ ਪਰਿਵਾਰ ਜੋ ਆਪਣੀ ਹਾਜ਼ਰੀ ਲਵਾ ਰਹੇ ਸਨ, ਉਹਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਹਾਂਜੀ ਸਰਬਰਾਮ ਜੀ। ਤੇ ਸੰਤਾਂ ਨੂੰ ਜਦੋਂ ਕਹਿੰਦੇ ਗੱਡੀ ਬਿਠਾ ਕੇ ਡਰਾਈਵਰ ਨੂੰ ਕਹਿੰਦੇ ਚਲਾ ਗੱਡੀ ਥਾਣੇ ਨੂੰ ਹੱਕ, ਜੀ। ਉੱਥੇ ਕਹਿੰਦੇ ਸੰਤ ਤੋਂ ਪਤਾ ਲੱਗੂਗਾ ਕਿੱਥੇ ਪੈਸੇ ਗਏ। ਜੀ ਸੰਤਾਂ ਨੂੰ ਵਿੱਚ ਬਿਠਾ ਲਿਆ ਨਹੀਂ ਫੜ ਕੇ, ਬਸ ਆਪੇ ਵਿੱਚ ਬੈਠੇ ਜਦੋਂ ਡਰਾਈਵਰ ਨੇ ਚਾਬੀ ਮਾਰੀ, ਪਹਿਲਾਂ ਤਾਂ ਉਹਦੀ ਗੱਡੀ ਨਹੀਂ ਸਟਾਰਟ ਹੋਈ ਜੀ ਤਾਂ 3 ਪੁਲਿਸ ਵਾਲੇ ਅੰਨੇ ਹੋ ਗਏ, ਠੰਡਦਾਰ ਤੇ ਨਾਲ 2-3 ਉਹਦੇ ਜਿਹੜੇ ਪੁਲਿਸ ਵਾਲੇ ਸੀ। ਉਹ ਜਦੋਂ ਵਿੱਚ ਗੱਡੀ ਦੇ ਬੈਠੇ ਚਾਬੀ ਮਾਰੇ, ਉਹ 3-4 ਅੰਨੇ। ਜੀ ਉਹ ਠੰਡਦਾਰ ਕਹਿੰਦਾ ਲਾ ਦਿਓ। ਸੰਤਾਂ ਨੂੰ ਕਹਿੰਦੇ ਮਾਫੀ ਮੰਗ ਲਓ, ਇਹ ਪੁਲਿਸ ਵਾਲੀ ਗੱਡੀ ਵਿੱਚ ਬਹਿਣ ਵਾਲੇ ਸੰਤ ਨਹੀਂ। ਜੀ ਤਾਂ ਉੱਥੇ ਸੰਤਾਂ ਨੂੰ ਨਮਸਕਾਰ ਕਰਕੇ ਗਏ ਸੀ, ਤਾਂ ਉਹਨਾਂ ਦੀ ਅੱਖਾਂ ਦੀ ਲਾਈਟ ਸਹੀ ਸਲਾਮਤ ਗਏ ਉਹ। ਜੀ ਕਿਉਂਕਿ ਸੰਤਾਂ ਦੀ ਕੋਈ ਉਹ ਕਹਿੰਦੇ ਨਹੀਂ ਸੀ ਕਿਸੇ ਨੂੰ ਕੁਛ, ਪਰ ਉਹਨਾਂ ਦੀ ਨਿਗਾਹ ਇੱਦਾਂ ਦੀ ਹੋ ਜਾਂਦੀ ਸੀ ਵੀ ਥਾਣੇ ਸੰਤਾਂ ਦਾ ਕੀ ਕੰਮ, ਜਾਣੀ ਉਹਨਾਂ ਨੂੰ ਇਹ ਸੀ ਬਖਰੇ ਨਹੀਂ ਆਪ ਕਰਕੇ ਇਹ ਜਾਂ ਫੇਰੀ ਪੈਸੇ। ਸੰਤਾਂ ਨੂੰ ਉਹਨਾਂ ਨੂੰ ਇਹ ਪੈਸਿਆਂ ਦਾ ਧਿਆਨ ਹੀ ਨਹੀਂ ਸੀ, ਉਹ ਤਾਂ ਸਾਨੂੰ ਦਿੰਦੇ ਖਾਣ ਨੂੰ, ਹੁਣ ਤੱਕ ਵੀ ਇੱਧਰ ਦੀ ਦੁਨੀਆ ਤੱਕ ਦੇਣਾ ਨਹੀਂ। ਬਿਲਕੁਲ ਸੰਤਾਂ ਨੂੰ ਦੇ ਜਿਹੜੇ ਉਹਨਾਂ ਦੇ ਹਿਸਾਬ ਕਿਤਾਬ ਆ, ਉਹਨਾਂ ਦੇ ਉਹੀ ਜਾਣਦੀਆਂ ਜੀ। ਬਿਲਕੁਲ ਸਰਬਰਾਮ ਜੀ, ਕਿਉਂਕਿ ਕਾਲੀ ਬਦਲੀ काल की बरस रहे अंगियार, संत न होते जगत में जल तो जल मरता मरता संसार। क्योंकि अगर उन्होंने अपनी बंदगी तपस्या, क्योंकि उन्होंने जिहड़ियां घालना घालियां हन सिर्फ साडी कौम दी खातर, ताकि साडी कौम दा भी कोई पार उतारा हो सके। लेकिन गुरुआं दे गुरु सतगुरु रविदास महाराज जी ने अपरंपार किरपा दे नाल, उन्हां दी छतर छाया दे नाल हर पासे हर दे झंडे झूलते नज़र आ रहे हैं। लेकिन ये भी उन्हां दा ख्वाब सी, उन्हां दा एक सुपना सी। क्योंकि संत सरबंदास जी महाराज जी जदों भी संगत इकट्ठी हुंदी सी, इहो ही उपदेश दिंदे सन कि अपने बच्चों नूं पढ़ाओ, अपने बच्चों नूं तुसीं चंगी तलीम जिहड़ी है, चंगी पढ़ाई करवाओ, ताकि आउण वाला जिहड़ा वक्त है साडा भी किसी पासे साडी कौम दा ਨਾਂ हो सके। डेरा सचखंड बल्लां दी तरक्की देख के भी बहुत पासे कई तरह के विचार होने शुरू हो गए सन, पर नहीं, उन्होंने किसी दी भी कोई गल नहीं सुनी। लेकिन अपना जिहड़ा काम वो करते ही गए, करते ही गए, करते ही गए। और तुसीं हुण देख रहे हो कि डेरा सचखंड बल्लां दे विच किन्नियां सोहणियां सोहणियां इमारतां बणीਆਂ होईयां ਹਨ। और जो कांची बनारस मंदिर दे विच भी बहुत सारा उन्होंने योगदान पाया है, सोने दे विच मंदिर नूं बढ़ा दिता है। चाहे पैसा संगत दा ही है, लेकिन जे कोई अगे हो के उपराला ना करे तो काम सारे उत्थे दे उत्थे ही रुक जाते हैं। जिवें बहुत सारिया एग्जैम्पलां हैं, रेल गड्डी दे अगे अगर इंजन ना होवे तो डब्बे कोई भी नहीं खिंच के ले जा सकता। इस करके भावें संगत ने ही साथ सहयोग दिता है, लेकिन रहिंदी दुनिया तक गुरुआं दे गुरु सतगुरु रविदास महाराज जी का नाम जिहड़ा बरकरार चमकदा रहेगा। और सानू भी चाहिए है कि अपने बच्चों नूं जदों भी किते गुरु घर जाते हाँ, नमस्कार करते हाँ, तो आपां नूं बच्चों नूं आउण वाला जिहड़ा जरूर बाणी दे नाल जोड़ना चाहिए है, उन्होंने दसना चाहिए है कि साडे गुरु ने साडे वास्ते की घालना घालियां हन। उन्हां महापुरुषां ने तपस्या कर करके साडी कौम नूं एक जागृति देण दे लई बहुत कुछ बर्दाश्त कीता है। इस करके अपना फर्ज बनता है। और एकता टीवी का भी इहो ही उपराला है, चाहे बरसी होवे, चाहे जन्म दिहाड़ा होवे, चाहे होर भी कोई दुख सुख की गलबात होवे, तो जरूर तुसी एकता टीवी ते आके सांझ पा सकते हो। हुणे हुणे जो क्रिकेट क्लब जो बर्मिंघम दी बच्चों ने बहुत वधिया एक रिकॉर्ड कायम किया जो गुरु के नाम से सी, और उसका हौसला अफजाई करनी बनती है। और एकता टीवी सारिਆਂ ਨੂੰ ही खुला सद्दा दिंदा है कि तुसी इत्थे आके अपने दिल की गल कर सकते हो। हाँ जी सरबराम जी। ਕਿਉਂਕਿ ਜਿਹੜੀਆਂ ਆਪਾਂ ਗੱਲਾਂ ਸੰਤਾਂ ਦੀਆਂ ਕਰਦੇ ਹਾਂ, ਸੰਤਾਂ ਦਾ ਸਾਨੂੰ ਜਿੱਦਾਂ ਉਹ ਇੱਕ ਗਹਿਣਾ ਦੇਗਾ, ਇਕੱਲਾ ਸਾਡੇ ਲਈ ਨਹੀਂ ਗਾਹਾਂ ਸਾਡੇ ਜੇ ਬੱਚਿਆਂ ਦੇ ਕਰਮਾਂ ਵਿੱਚ ਵੀ ਇਹ ਵੀ ਬਨਾਰਸ ਜਾ ਕੇ ਦਰਸ਼ਨ ਕਰ ਸਕਦੇ। जी ਕਿਉਂਕਿ ਆਮ ਜਿਹੜੇ ਸੰਤ ਮੇਰੇ ਤੇਰੇ ਵਰਗੇ ਆ, ਇਹ ਆਪਣੇ ਡੇਰੇ ਹੀ ਬਣਾਈ ਜਾਂਦੇ ਆ। जी जी ਇਹ ਡੇਰੇ ਬਣਾਈ ਜਾਂਦੇ, ਆਪਣਾ ਨਾਂ ਉੱਚਾ ਕਰੀ ਜਾਂਦੇ ਆ। ਪਰ ਜਿਹੜੇ ਪ੍ਰਮਾਤਮਾ ਦਾ ਜਿਹੜਾ ਨਾਂ ਲੈ ਜਪਣ ਵਾਲੇ ਸੰਤ ਸਰਬੰਦਾਸ ਮਹਾਰਾਜ ਸੀਗੇ, जी ਉਹਨਾਂ ਦੀ ਕੋਈ ਲੈਣ ਹੀ ਇੱਦਾਂ ਲੱਗੀ ਸੀ ਵੀ ਜਿਹੋ ਨਾ ਗੁਰਦਾਸ ਮਹਾਰਾਜ ਦੇ ਬਰਾਬਰ ਬਹਿ ਕੇ ਗੱਲਾਂ ਕਰਦੇ ਹੁੰਦੇ। जी जी ਕਿਉਂਕਿ ਉਹਨਾਂ ਨੇ ਤਾਂ ਬਹੁਤ ਕੁਛ ਸੋਚਿਆ ਸੀ ਹਲੇ। ਕਿਉਂਕਿ ਜਦੋਂ ਸੰਤਾਂ ਦੀ ਥੋੜ੍ਹੀ ਜਿਹੀ ਸਿਹਤ ਢਿੱਲੀ ਹੋ ਗਈ ਤਾਂ ਸੇਵਾਦਾਰਾਂ ਨੇ ਬਿਨਾਂ ਪੁੱਛਣ ਤੋਂ ਸੰਤਾਂ ਨੂੰ ਉਹਨਾਂ ਦੀ ਮੂਰਤੀ ਬਣਾ ਲਈ। जी
ਸੰਤਾਂ ਨੇ ਪਹਿਲਾਂ 1-2 ਵਾਰੀ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਮਾੜਾ ਜਿਹਾ ਮੋਹਰੇ ਹੋ ਜਾਂਦਾ ਹੋਏ ਕਹਿੰਦਾ ਮੈਂ ਹੀ ਪ੍ਰਧਾਨ ਆ ਤੇ ਮੈਂ ਬਿਲਕੁਲ ਜਨਰਲ ਜੀ, ਸੈਕਟਰੀ। ਬਿਲਕੁਲ। ਜੀ, ਉਹ ਕਹਿੰਦੇ ਮੇਰੀ ਮੂਰਤੀ ਨਹੀਂ ਬਣਾਉਣੀ। ਜਦੋਂ ਬਣਾ ਦਿੱਤੀ ਤੇ ਫੇਰ ਵਿੱਚੋਂ ਹੀ ਨਹੀਂ ਆਪੇ ਦੱਸਤਾ ਕਹਿੰਦੇ ਮਹਾਰਾਜ ਫਿਰ ਤੁਸੀਂ ਕਹਿੰਦੇ ਸੀ ਬਣਾਉਣੀ ਨਹੀਂ ਪਈ, ਅਸੀਂ ਤਾਂ ਮੂਰਤੀ ਬਣਾ ਲਈ। ਜੀ ਤੇ ਮਹਾਰਾਜ ਕਹਿੰਦੇ ਹੁਣ ਫਿਰ ਮੂਰਤੀ ਦੇ ਦਰਸ਼ਨ ਕਰਿਆ ਕਰਿਓ। ਵਾਹ ਜੀ ਵਾਹ। 30 ਦਿਨ ਵਿੱਚ ਜਦੋਂ ਸੰਤ ਹਸਪਤਾਲ ਚਲ ਗਿਆ ਤਾਂ ਸਵੇਰ ਨੂੰ ਨਹੀਂ ਪੁੱਛਿਆ। ਹੁਣ ਸਾਡੇ ਵਰਗਾ ਜਿਹੜਾ ਬੰਦਾ ਕੋਈ ਵੀ ਬੰਦਾ ਸਾਨੂੰ ਇਹ ਜਿਹੜਾ ਗਿਆਨ ਹੀ ਹੈ ਨਹੀਂ ਕੁਦਰਤ ਦਾ, ਜੀ ਜੀ ਸਵੇਰ ਨੂੰ ਪੁੱਛਿਆ ਵਾ ਕਿ ਕਿੰਨੇ ਟਾਈਮ ਕਿੰਨਾ ਕੁ ਹੋ ਗਿਆ। ਮਹਾਰਾਜ ਕਹਿੰਦੇ ਕਿ ਮਹਾਰਾਜ ਆਖੇ 8 ਵੱਜ ਗਏ। ਕਹਿੰਦੇ ਫਿਰ 4 ਘੰਟੇ ਲੱਗਾ। ਜੀ 12 ਵਜੇ ਸੰਤਾਂ ਨੂੰ ਸਵਾਸ ਛੱਡਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਟਾਈਮ ਦਾ ਸਾਡੇ ਤੇ ਕਿਹੜਾ ਟਾਈਮ ਹੋਣਾ ਤੇ ਕਿਹੜੇ ਵੇਲੇ ਜਾਣਾ। ਹੁਣ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਜਿਹੜੇ ਗ੍ਰਸਤੀ ਜੀਵ ਆ ਸਾਨੂੰ ਕੀ ਪਤਾ ਜੀ ਮੌਤ ਕਦੋਂ ਆਉਣੀ ਕਦੋਂ ਜਨਮ ਹੋਣਾ। ਬਿਲਕੁਲ। ਜਿਹੜੇ ਇਹੋ ਜਿਹੇ ਸੰਤ ਹੁੰਦੇ ਇਹਨਾਂ ਦੀ ਜਿਹੜੀ ਜਨਮ ਮਰਨ ਇਹਨਾਂ ਦਾ ਸਾਰਾ ਇਹਨਾਂ ਦੇ ਮੁੱਠ ਦੇ ਵਿੱਚ ਹੁੰਦਾ। ਇਹਨਾਂ ਨੂੰ ਪਤਾ ਤਾਂ ਹੀ ਦੱਸ ਦਿੱਤਾ ਵੀ 12 ਵਜੇ ਤੱਕ ਆ। ਤੇ ਉਹ ਇੰਨਾ ਮੇਰੇ ਵਰਗਾ ਨਿਕਲਿਆ ਕੋਈ ਸਿੱਧਾ ਭੋਲਾ, ਉਹਨੂੰ ਪੁੱਛਿਆ ਹੀ ਨਹੀਂ ਮਹਾਰਾਜ ਵੀ 4 ਘੰਟੇ ਕਾਹਦੇ ਰਹਿ ਗਏ, ਜੀ ਕਿਉਂਕਿ ਉਹਨੂੰ ਗਿਆਨ ਨਹੀਂ ਸੀ ਇੰਨਾ। ਬਸ ਸੰਤਾਂ ਨੇ ਜਦੋਂ 12 ਵਜੇ ਸਵਾਸ ਛੱਡਤੇ। ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਕਿਉਂਕਿ ਉਹਨਾਂ ਨੇ ਤਪੱਸਿਆ ਕੀਤੀ ਸੀ। ਉਹਨਾਂ ਨੂੰ ਕੱਲੀ ਕੱਲੀ ਗੱਲ ਦਾ ਭੇਤ ਸੀ, ਹਰੇਕ ਗੱਲ ਤੋਂ ਜਾਣੂ ਸਨ। ਪਰ ਜਿਹਦੇ ਵੀ ਸਿਰ ਤੇ ਹੱਥ ਫੇਰ ਦਿੱਤਾ ਔਰ ਉਹਨਾਂ ਦੀਆਂ ਕੁਲਾਂ ਹੀ ਤਰ ਗਈਆਂ। ਲੇਕਿਨ ਆਪਣਾ ਵੀ ਕੁਛ ਫਰਜ਼ ਬਣਦਾ ਹੈ ਕਿ ਗੁਰੂ ਦੀ ਬਾਣੀ ਦੇ ਲੜ ਲੱਗੀਏ ਤਾਂ ਕਿ ਇੱਧਰ ਉੱਧਰ ਜਿਹੜੀਆਂ ਆਪਾਂ ਭਟਕਦੇ ਫਿਰਦੇ ਹਾਂ, ਕਿਉਂਕਿ ਦਰ ਦੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ। ਕਿਉਂਕਿ ਸਾਨੂੰ ਚਾਹੇ ਤੁਸੀਂ ਕਿਤੇ ਵੀ ਆਪਣਾ ਰੁਝਾਨ ਲਾਇਆ ਹੋਇਆ ਹੈ, ਲੇਕਿਨ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਕੰਮ ਹੋਵੇ ਜਾਂ ਕੌਮ ਤੇ ਕੋਈ ਵੀ ਭਾਰੀ ਪਵੇ ਤਾਂ ਸਾਨੂੰ ਜ਼ਰੂਰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਕਿਉਂਕਿ ਝੂਠੀ ਸ਼ੋਹਰਤ ਦੇ ਵਿੱਚ ਨਾ ਕਿਸੇ ਨੇ ਕੁਝ ਖੱਟਿਆ ਹੈ, ਨਾ ਕੋਈ ਖੱਟ ਸਕਦਾ ਹੈ। ਜੇ ਤਨ ਦੇ ਕੱਪੜੇ ਬਦਲ ਕੇ ਜਾਂ ਆਪਣੀਆਂ ਹੀ ਤਸਵੀਰਾਂ ਫਰੰਟ ਤੇ ਲਿਆ ਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਜੇ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬਾਣੀ ਬਖਸ਼ੀ ਹੈ, ਅੰਮ੍ਰਿਤ ਬਾਣੀ, ਸਾਨੂੰ ਉਹਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਉਣ ਵਾਲੇ ਭਵਿੱਖ ਨੂੰ ਹੋਰ ਵਧੀਆ ਉਜਾਗਰ ਕਰ ਸਕੀਏ, ਹੋਰ ਸੁੰਦਰ ਬਣਾ ਸਕੀਏ। ਹੋਣਾ ਤਦੇ ਹੀ ਹੈ ਜੇ ਅਸੀਂ ਆਪਣੇ ਮਨਾਂ ਦੇ ਵਿੱਚੋਂ ਮੈਂ ਨੂੰ, ਹੰਕਾਰ ਨੂੰ, ਇਹ ਤਮਾ ਜਿਹੜੀ ਆ ਖਤਮ ਕਰ ਲਈਏ ਤਾਂ ਹੀ ਅਸੀਂ ਕੁਝ ਹਾਸਲ ਕਰ ਸਕਦੇ ਹਾਂ। ਬਹੁਤ ਜਲਦ ਏਕਤਾ ਟੀਵੀ ਤੁਹਾਡੇ ਵਾਸਤੇ ਹੋਰ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆਵੇਗਾ। ਕੱਲ੍ਹ ਦਾ ਪ੍ਰੋਗਰਾਮ ਜੋ 6 ਤੋਂ 7 ਸਾਡੇ ਬੀਬੀ ਰਣਵੀਰ ਕੌਰ ਜੀ ਲੈ ਕੇ ਆਉਣਗੇ ਔਰ ਉਹ ਵੀ ਤੁਸੀਂ ਦੇਖਣਾ ਨਹੀਂ ਭੁੱਲਣਾ। ਔਰ ਅਗਰ ਕਿਸੇ ਵੀ ਹੋਰ ਸੰਗਤ ਜੀ ਨੇ ਫੋਨ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ ਤਾਂ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਜੀ। ਹਾਂਜੀ ਸਰਬਰਾਮ ਜੀ। ਦੇਖੋ ਜੀ, ਸੰਤਾਂ ਨੂੰ ਜਿਹੜੇ ਨਮਸਕਾਰ ਕਰਨੀ, ਸ਼ਰਧਾ ਦੇ ਫੁੱਲ ਭੇਟ ਕਰਨੇ, ਇਹ ਆਪਣਾ ਜੀਵਨ ਸਫਲਾ ਕਰਨ ਵਾਲੀ ਗੱਲ ਆ ਜੀ। ਕਿਉਂਕਿ ਸੰਤਾਂ ਦੇ ਤਾਂ ਆਸ਼ੀਰਵਾਦ ਦੇ ਨਾਲ ਤਾਂ ਦੁਨੀਆ ਤਰ ਜਾਂਦੀ। ਜੀ ਜਿਹੜੇ ਸੰਤਾਂ ਨੇ ਕਿਸੇ ਦੇ ਦਰਸ਼ਨ ਹੀ ਕਿਸੇ ਸੰਤਾਂ ਦੇ ਕੀਤੇ ਨਹੀਂ, ਉਹਨੂੰ ਆਸ਼ੀਰਵਾਦ ਦਾ ਵੀ ਕੀ ਪਤਾ ਤਾਂ ਉਹਨੂੰ ਗੱਲਾਂ ਕੀ ਕਰਨੀਆਂ। ਬਿਲਕੁਲ ਜੀ। ਜਿਹੜੇ ਸੰਤਾਂ ਦੇ ਕੋਲ 5-7 ਮਿੰਟ, ਜਿਹੜੇ 10 ਮਿੰਟ ਵੀ ਬਹਿ ਗਏ, ਉਹਨਾਂ ਦਾ ਕੋਈ ਬਚਨ ਸੁਣ ਲੈ, ਉਹਨਾਂ ਦੇ ਜੇ ਜ਼ਿਆਦਾ ਨਹੀਂ ਤਾਂ 25% ਉਹਨਾਂ ਦੇ ਪਾਪ ਕੱਟੇ ਜਾਂਦੇ। ਜੀ ਤੇ ਜੇ ਤੁਸੀਂ ਉੱਥੇ ਵੀ ਜਾ ਕੇ ਸੰਤਾਂ ਦੇ ਡੇਰਿਆਂ ਦੇ ਵੀ ਜਾ ਕੇ ਗੱਲ ਉਧਰ ਕਰਕੇ ਮੂੰਹ ਉਧਰ ਕਰਕੇ ਚੁਗਲੀ ਮਾਰਦੇ ਰਹਿੰਦੇ ਆ ਤਾਂ ਫਿਰ 25 ਦੀ ਬਜਾਏ 75% ਤੁਸੀਂ ਨਾਲ ਹੀ ਲੈ ਕੇ ਪਾਪ ਹੋਣੇ। ਜੀ ਜੀ ਕਿਉਂਕਿ ਸੰਤਾਂ ਨੂੰ ਪਤਾ ਸਾਰਾ, ਜਿੱਦਾਂ ਜੇ ਕੋਈ ਸੰਤਾਂ ਤੋਂ ਕੋਈ ਚੀਜ਼ ਲੁਕੀ, ਉਹਨਾਂ ਤੋਂ ਲੁਕੀ ਨਹੀਂ। ਜੀ ਉਹ ਦੇਖਦੇ ਆ ਵੀ ਇਹ ਕਿਹੜੇ ਕੰਮ ਨੂੰ ਆ। ਕਈ ਵਾਰੀ ਉੱਥੇ ਸ਼ੋਰਟਕੱਟ ਹੀ ਗੱਲ ਕਰਨ ਲੱਗਾ ਤੇ ਜਿਹੜੇ ਮੇਰੇ ਵਰਗੇ ਵਿਚਾਰੇ ਘਾਹ ਖੋਦਦੇ ਸੀ, ਪੱਠੇ ਪਸ਼ੂਆਂ ਵਾਲੇ ਖੋਦ ਲੈਣੇ, ਉੱਥੇ ਪਰੇ ਲਿਜਾ ਕੇ ਦਰਖਤਾਂ ਦੇ ਛਾਵੇਂ ਰੱਖ ਲੈਣੇ ਤੇ ਲੰਗਰ ਛਕ ਲੈਣਾ, ਅੰਬਾਂ ਦੀ ਛਾਵੇਂ ਚਾਦਰ ਵਿਛਾ ਕੇ ਪੈ ਜਾਣਾ ਤੇ ਠੰਡੇ ਹੋਏ ਚੱਲਾਂਗੇ। ਮਹਾਰਾਜ ਖੂੜੀ ਚੱਕ ਲੈਂਦੇ ਹੁੰਦੇ ਸੀ। ਜੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਨਹੀਂ ਹੁਣ ਰੋਟੀ ਰਾਟੀ ਖਾ ਲਈ, ਲੰਮੇ ਪੈਣ ਨੂੰ ਫਿਰਦੇ ਇੱਥੇ। ਉਹਨੇ ਕਹਿਣਾ ਓਏ ਉਹ ਜਿਹੜੇ ਤੁਹਾਡੇ ਘਰ ਵੱਜੇ ਆ, ਪੱਠੇ ਜਿੱਥੇ ਰੱਖਿਆ ਉੱਥੋਂ ਚੱਕ ਕੇ ਘਰ ਨੂੰ ਤੁਰ, ਉਹਨਾਂ ਨੂੰ ਪਾ ਜਾ ਕੇ। ਇੱਦਾਂ ਦਾ ਸੰਤਾਂ ਦਾ ਵਿਚਾਰ ਹੁੰਦਾ ਸੀ। ਉਹਨਾਂ ਨੂੰ ਪਤਾ ਸੀ ਇਹ ਕੀ ਕਰਦੇ। ਉਹਨੇ ਉਸੇ ਵੇਲੇ ਪੱਠੇ ਚਕਾਉਣੇ, ਕਹਿਣਾ ਚੱਲ ਜਿਹੜੇ ਭੁੱਖੇ ਜਾਨਵਰ ਉਹਨਾਂ ਨੂੰ ਪਾ। ਬਿਲਕੁਲ ਸਰਵਰਾਮ ਜੀ, ਕਿਉਂਕਿ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਮਾਲਕ ਬਖਸ਼ਣਹਾਰ ਹੈ ਔਰ ਜੇ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਹੁੰਦੇ ਹਨ, ਉਹਦੇ ਨਾਲ ਏਕਤਾ ਟੀਵੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ। ਅਗਰ ਕੋਈ ਗਲਤੀ ਹੋ ਗਈ ਹੋਵੇ
ਤੇ ਦਾਸ ਖੇਮਾ ਦਾ ਜਾਜਕ ਹੈ ਔਰ ਮਾਲਕ ਨੇ ਚਾਹਿਆ ਤਾਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਜੈ ਗੁਰਦੇਵ, ਧੰਨ ਗੁਰਦੇਵ ਜੀ।